जाए पुछो दुहागणी जाए पुछो दुहागणी जाए पुछो दुहागणी तुम क्यों रैन विहाए जाए पुछो दुहागणी जाए पुछो दुहागणी तुम क्यों रैन विहाए तुम क्यों रैन विहाए आज ना सुती कंत आज ना सुती कंत स्यो अंग मुड़े मुड़ अंग मुड़े मुड़ जाए जाए पुछो दुहागणी जाए पुछो दुहागणी विहाए तुम क्यों रैन विहाए साहुरे टोई नाल है साहुरे टोई नाल है पेये नहीं
ਪੁੱਛਈ ਤਨ ਸੁਹਾਗਣ ਨਾਮ ਤਨ ਸੁਹਾਗਣ ਨਾਮ ਸਾਉਰੇ ਪਈਐ ਕੰਤ ਕੀ ਸਾਉਰੇ ਪਈਐ ਕੰਤ ਕੀ ਕੰਤ ਅਗੰਮ ਅਥਾ ਕੰਤ ਅਗੰਮ ਅਥਾ ਨਾਨਕ ਸੋ ਸੁਹਾਗਣੀ ਜੋ ਪਾਵੈ ਵੇ ਪਰਵਾਰ ਜੋ ਪਾਵੈ ਵੇ ਪਰਵਾਰ ਅਗੇ ਪੁੱਛੋ ਦੁਹਾਗਣੀ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿ ਵਿਹਾਰ ਤੁਮ ਕਿਉਂ ਰਹਿ ਵਿਹਾਰ ਨਾਤੀ ਤੋਤੀ ਸੰਬਹੀ ਨਾਤੀ ਤੋਤੀ ਸੰਬਹੀ ਸੁੱਤੀ ਆਏ ਨਚਿੰਦ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ ਗਈ ਕਥੂਰੀ ਗੰਧ ਜਾਏ ਪੁੱਛੋ ਦੁਹਾਗਣੀ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿ ਵਿਹਾਰ ਤੁਮ ਕਿਉਂ ਰਹਿ ਵਿਹਾਰ ਅੱਜ ਨਾ ਸੁੱਤੀ ਕੰਤ ਸਿਓ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾ
ਜਾਏ ਪੁੱਛੋ ਦੁਹਾਗਣੀ। ਜਾਏ ਪੁੱਛੋ ਦੁਹਾਗਣੀ। ਤੁਮ ਕਿਉਂ ਰਹਿਣ ਵਿਹਾਏ, ਤੁਮ ਕਿਉਂ ਰਹਿਣ ਵਿਹਾਏ, ਤੁਮ ਕਿਉਂ ਰਹਿਣ ਪਿਆਰੀ ਸਾਧ ਸੰਗਤ ਜੀ, ਅਸੀਂ ਫਰੀਦ ਜੀ ਦੇ ਲੜੀਵਾਰ ਸ਼ਲੋਕ ਪਿਛਲੇ ਕੁਝ ਸਾਲਾਂ ਤੋਂ ਬਹੁਤ ਸਹਿਜੇ ਸਹਿਜੇ ਇੱਕ ਇੱਕ ਸ਼ਲੋਕ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਅਸੀਂ ਇਹ ਤੱਕ ਕਲੇਮ ਨਹੀਂ ਕਰ ਸਕਦੇ ਕਿ ਅਸੀਂ ਉਹਨਾਂ ਨੂੰ ਸਮਝ ਲਿਆ, ਪਰ ਆਪਣੇ ਵੱਲੋਂ ਇਹ ਉਪਰਾਲਾ ਹੈ ਕਿ ਸਾਨੂੰ ਕਾਲ ਕੋਈ ਨਹੀਂ ਹੈ। ਫਰੀਦ ਜੀ ਦੇ ਕਰੀਬਨ 130 ਸ਼ਲੋਕ ਨੇ, ਜਿਨ੍ਹਾਂ 'ਚੋਂ 15-16 ਸ਼ਲੋਕ ਗੁਰੂ ਸਾਹਿਬ ਦੇ ਨੇ। ਸੋ ਇਹ ਲੜੀਵਾਰ ਜਿਹੜੇ ਅਖੀਰ ਵਿੱਚ ਸ਼ਲੋਕ ਸ਼ੇਖ ਫਰੀਦ ਜੀ ਕੇ ਸਿਰਲੇਖ ਹੇਠਾਂ ਦਰਜ ਕੀਤੇ ਗਏ ਨੇ ਸ਼ਲੋਕ, ਉਹਨਾਂ 'ਚ ਅਸੀਂ ਅੱਜ 30, 31, 32 ਅਤੇ 33 ਨੰਬਰ ਸ਼ਲੋਕ ਨੂੰ ਗਾਇਨ ਕੀਤਾ। ਅਸੀਂ ਜਦੋਂ ਪਿਛਲੇ ਸ਼ਲੋਕਾਂ ਦੀ ਲੜੀ ਦੇਖਦੇ ਹਾਂ ਤਾਂ ਸਾਨੂੰ ਇੱਕ ਸੁਆਦਲੀ ਗੱਲ ਪੱਲੇ ਪੈਂਦੀ ਹੈ, ਉਹ ਇਹ ਕਿ ਬਾਣੀ ਦੀ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਕੇਵਲ ਪਾਠ ਨਹੀਂ ਕਰਨਾ, ਅਸੀਂ ਕੇਵਲ ਕੀਰਤਨ ਨਹੀਂ ਕਰਨਾ, ਅਸੀਂ ਆਪਣੇ ਆਪ ਨੂੰ ਗੁਰੂ ਦੇ ਮਾਰਗ 'ਤੇ ਟੋਰਨ ਵਾਸਤੇ ਅੱਗੇ ਟੁਰਨਾ ਹੈ। ਔਰ ਉਹ ਹੈ ਕਿ ਸਾਨੂੰ ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਸੋ ਸਾਨੂੰ ਬਾਣੀ ਦੀ ਵਿਚਾਰ ਕਰਨੀ ਹੈ। ਅਸੀਂ ਸ਼ਬਦਾਂ ਦੇ ਲਫ਼ਜ਼ੀ ਅਰਥ ਤੱਕ ਵਿਚਾਰ ਸਾਂਝ ਨਹੀਂ ਕਰਦੇ। ਅਸੀਂ ਸ਼ਬਦਾਂ ਦੇ ਸਰਫੇਸ ਮੀਨਿੰਗਸ, ਲਫ਼ਜ਼ੀ ਅਰਥਾਂ ਦੀ ਗ੍ਰਾਮਰ ਤੱਕ ਆਪਣੇ ਆਪ ਨੂੰ ਕੋਸ਼ਿਸ਼ ਉਸ ਤੋਂ ਅੱਗੇ ਜਾਣ ਵਾਸਤੇ ਕਰਦੇ ਹਾਂ ਕਿ ਇਹਨਾਂ ਤੋਂ ਅੱਗੇ ਟੁਰੀਏ ਕਿ ਇਹਦੇ ਲਫ਼ਜ਼ੀ ਅਰਥ ਕੀ ਨੇ, ਫਿਰ ਇਸ ਦੇ ਗ੍ਰਾਮੈਟੀਕਲੀ ਗ੍ਰਾਮਰ ਮੁਤਾਬਕ ਇਹਦੇ ਕੀ ਅਰਥ ਨੇ। ਫਿਰ ਅਸੀਂ ਇੱਕ ਉਸ ਤੋਂ ਅਗਲਾ ਕੰਮ ਕਰਦੇ ਹਾਂ, ਉਹ ਇਹ ਕਿ ਅਸੀਂ ਉਸ ਦੇ ਭਾਵ ਅਰਥ ਸਮਝਦੇ ਹਾਂ। ਭਾਵ ਅਰਥ ਮੇਰੇ 'ਤੇ ਅੱਜ ਟੁਕਦੇ ਨੇ। ਅੱਜ ਤੱਕ ਤੁਸੀਂ ਇੱਕੋ ਹੀ ਪੈਟਰਨ ਸੁਣਿਆ ਹੋਇਆ ਕਿ ਇੱਕ ਸ਼ਬਦ ਪੜ੍ਹੋ ਔਰ ਕੁਝ ਸੌ ਸਦੀਆਂ ਪਹਿਲਾਂ ਦੀ ਕੋਈ ਗੱਲ ਕਰੋ, ਫਲਾਣੇ ਵੇਲੇ ਇੰਝ ਹੋਇਆ ਸੀ। ਜਿਹੜਾ ਅੱਜ ਦਾ ਮਨੁੱਖ ਹੈ ਉਹ ਆਪਣੇ ਨਾਲ ਟੁਕਾ ਹੀ ਨਹੀਂ ਪਾਉਂਦਾ। ਉਹ ਇੱਕ ਕਹਾਣੀ ਦੇ ਰੂਪ ਵਿੱਚ, ਇੱਕ ਰੋਚਕ ਕਹਾਣੀ ਦੇ ਰੂਪ ਵਿੱਚ ਇੱਕ ਗੱਲ ਨੂੰ ਸ਼ਬਦ ਦੇ ਨਾਲ ਲਗਾ ਕੇ ਸੁਣ ਕੇ ਚਲਾ ਜਾਂਦਾ। ਆਪਣੇ ਨਾਲ ਵੀ ਕੈਨ ਨਾਟ ਰਿਲੇਟ ਵਿਦ ਅਵਰ ਸੈਲਫ। ਵੀ ਡੂ ਨਾਟ ਅੰਡਰਸਟੈਂਡ ਦੈਟ ਬਾਣੀ ਇਜ਼ ਰੈਫਰਡ ਟੂ ਮੀ। ਮੇਰੇ ਮਨ ਨੂੰ ਰੈਫਰ ਕੀਤੀ ਗਈ ਹੈ। ਮੇਰੀ ਇਹਦੇ ਅੰਦਰ ਜੀਵਨ ਜਾਚ ਵਿੱਚ ਕੀ ਬਦਲਾਹਟ ਆਏਗੀ। ਸੋ ਉਸ ਜੀਵਨ ਜਾਚ ਨੂੰ ਬਦਲਣ ਵਾਸਤੇ ਭਾਵ ਅਰਥ ਸਮਝਦੇ ਹਾਂ ਕਿ ਮੈਨੂੰ ਇਹਦੇ ਵਿੱਚ ਕੀ ਸਮਝਾਇਆ ਹੈ। ਵੇਅਰ ਆਈ ਐਮ ਰੋਂਗ, ਮੈਂ ਗਲਤ ਕਿੱਥੇ ਹਾਂ, ਮੇਰਾ ਸੁਭਾਅ ਕਿੱਥੇ ਕਿੱਥੇ ਗਲਤ ਹੈ। ਮੇਰੇ ਸੁਭਾਅ ਨੂੰ ਤੇ ਬਾਣੀ ਫਿਕਸ ਅਪ ਕਰਦੀ ਹੈ। ਫਰਜ਼ ਕਰੋ ਮੈਂ ਪਾਠ ਕਰਾਂ, ਫਰਜ਼ ਕਰੋ ਮੈਂ ਕੀਰਤਨ ਕਰਾਂ, ਫਰਜ਼ ਕਰੋ ਮੈਂ ਗੁਰਦੁਆਰੇ ਆ ਕੇ ਸੇਵਾ ਕਰਾਂ, ਇਹ ਸਾਰੇ ਤੇ ਕੰਮ ਮੈਂ ਕਰਾਂ, ਪਰ ਮੈਂ ਆਪਣਾ ਸੁਭਾਅ ਚੇਂਜ ਨਾ ਕਰਾਂ ਤਾਂ ਮੈਂ ਗੁਰਬਾਣੀ ਦਾ ਲਾਹਾ ਲਿਆ ਹੀ ਨਹੀਂ। ਮੈਂ ਉੱਪਰੋਂ ਚੋਪੜੀ ਪ੍ਰੀਤ ਵਾਲੀ ਗੱਲ ਕਰਕੇ ਚਲਾ ਗਿਆ। ਗਹਿਰਾਈ 'ਚ ਜਦੋਂ ਭਾਵ ਅਰਥ ਸਮਝ ਆਉਂਦੇ ਨੇ ਤਾਂ ਆਪਣੇ 'ਤੇ ਟੁਕਾ ਪਾਉਂਦੇ ਹਾਂ। ਆਪਣੇ 'ਤੇ ਟੁਕਾਉਣ ਨਾਲ ਆਪਣੀ ਗਲਤੀ ਨਜ਼ਰ ਆਉਂਦੀ ਹੈ ਔਰ ਫਿਰ ਸਾਡਾ ਸੁਭਾਅ ਚੇਂਜ ਹੁੰਦਾ ਹੈ। ਸੋ ਸਾਡਾ ਉਪਰਾਲਾ ਸਾਰਾ ਹੋਣਾ ਚਾਹੀਦਾ ਆਪਣਾ ਸੁਭਾਅ ਚੇਂਜ ਕਰਨ ਵੱਲ, ਨਾ ਕਿ ਸਿਰਫ ਕਰਮ ਕਾਂਡ ਦੀ ਇੱਕ ਰੀਤ ਰਿਵਾਜ ਪੂਰਾ ਕਰਨ ਵਾਸਤੇ। ਸੋ ਅਸੀਂ ਜਿਹੜੇ ਲੜੀਵਾਰ ਪਿੱਛੇ ਸ਼ਲੋਕ ਪੜ੍ਹ ਚੁੱਕੇ ਹਾਂ, ਉਹਨਾਂ ਵਿਚਕਾਰ
ਅਸੀਂ ਸਮਝਿਆ ਸੀ ਕਿ 30 ਨੰਬਰ ਸ਼ਲੋਕ ਜਿੱਥੋਂ ਅਸੀਂ ਗਾਇਨ ਕੀਤਾ ਪਿਛਲੇ ਨੂੰ ਲੜੀ ਜੋੜੀਏ ਤਾਂ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਹਦਾ ਮਤਲਬ ਅੱਜ ਮੈਨੂੰ ਕੁਝ ਕਿਹਾ ਜਾ ਰਿਹਾ ਹੈ ਕਿ ਤੇਰੀ ਆਦਤ ਹੈ ਤੂੰ ਦੂਸਰਿਆਂ ਨੂੰ ਵੇਖਦਾ ਹੈ ਅਤੇ ਦੂਸਰਿਆਂ ਨੂੰ ਵੇਖ ਕੇ ਤੂੰ ਉਹ ਵਾਲੇ ਸਾਰੇ ਸਵਾਦਾਂ ਦੇ ਚੱਕਰਾਂ ਵਿੱਚ ਪੈਂਦਾ ਹੈ ਤਾਂ ਆਪਣੇ ਜਿਹੜੇ ਤੇਰੇ ਇਹ ਸਾਰੇ ਸਰੀਰ ਦੇ ਅੰਗ ਨੇ ਜਿਨ੍ਹਾਂ 'ਤੇ ਤੂੰ ਹੰਡਾਉਂਦਾ ਰਹਿੰਦਾ, ਜਿਨ੍ਹਾਂ ਨੂੰ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨਾਉਂਦਿਆਂ ਸਭ ਅੰਗ, ਨਾਨਕ ਤ੍ਰਿਗ ਤਿਨਾ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਸੋ ਅਸੀਂ ਖਾਂਦੇ ਰਹੇ, ਅਸੀਂ ਪਹਿਨਦੇ ਰਹੇ, ਅਸੀਂ ਸਭ ਕੁਝ ਕਰਦੇ ਰਹੇ, ਪਰ ਇਹ ਸਾਰੇ ਅੰਗ ਸਾਡੇ ਘਸ ਗਏ, ਸਾਰੇ ਅੰਗ ਸਾਡੇ ਆਪਣਾ ਕਾਰਜ ਕਰ ਕਰਕੇ ਨਿਰਬਲ ਹੋ ਗਏ। ਪਰ ਅਸੀਂ ਤਾਂ ਵੀ ਨਹੀਂ ਸਮਝ ਰਹੇ ਕਿ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ। ਅਸੀਂ ਬਾਣੀ ਨੂੰ, ਬਾਣੀ ਦੇ ਨਾਲ ਰਤਨ ਜਵਾਹਰ ਮਾਣਿਕ ਵਰਗੀ ਵੈਲਿਊਏਬਲ ਮੱਤ ਲੈਣ ਦੀ ਬਜਾਏ ਗੋਭੀ ਆਲੂ ਬਾਣੀ ਦੇ ਨਾਲ ਖਰੀਦਨੇ ਆ। ਜਦੋਂ ਆ ਕੇ ਅਸੀਂ ਇੱਥੇ ਕਹਿੰਦੇ ਹਾਂ ਮੈਨੂੰ ਪੁੱਤਰ ਦੇ ਦਿਓ, ਧੀ ਦੇ ਦਿਓ, ਮੇਰਾ ਫਲਾਣਾ ਕੰਮ ਪੂਰਾ ਕਰਾ ਦਿਓ, ਮੈਨੂੰ ਬਿਜ਼ਨਸ ਕਰਾ ਦਿਓ, ਲੋਨ ਲੈ ਦਿਓ, ਮੇਰਾ ਰਿਸ਼ਤਾ ਕਰਾ ਦਿਓ। ਦਿਸ ਇਜ਼ ਇਕੁਅਲ ਟੂ ਗੋਭੀ ਦਾ ਫੁੱਲ ਖਰੀਦਣਾ, ਰਤਨ ਜਵਾਹਰ ਮਾਣਿਕ ਦੇ ਵੱਟੇ। ਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ, ਮੈਂ ਤਾਂ ਮੋਲ ਮਹਿੰਗੇ ਲਈ ਜੀ ਸਟੈ। ਮੈਂ ਤਾਂ ਆਪਾ ਸਮਰਪਣ ਕੀਤਾ, ਮੈਂ ਬੜੀ ਮਿਹਨਤ ਕੀਤੀ ਹੈ ਗੁਰੂ ਦੀ ਗੱਲ ਨੂੰ ਸੁਣ ਕੇ ਆਪਣਾ ਜੀਵਨ ਬਦਲਣਾ। ਸਾਧ ਸੰਗਤ ਜੀ, ਆਪਣਾ ਜੀਵਨ ਅਸੀਂ ਇਸ ਕਰਕੇ ਬਦਲਦੇ ਹਾਂ ਕਿ ਮੈਨੂੰ ਇੱਕ ਮਾਤਾ ਜੀ ਨੇ ਪੁੱਛਿਆ ਸੀ ਬੇਟਾ ਸਮਾਜ ਕਿਹਨੂੰ ਕਹਿੰਦੇ ਨੇ, ਤਾਂ ਮੈਂ ਮਾਤਾ ਜੀ ਨੂੰ ਕਿਹਾ ਜਿਸ ਤਰ੍ਹਾਂ ਬਾਲਟੀ ਅੰਦਰ ਇੱਕ ਇੱਕ ਬੂੰਦ ਦੇ ਨਾਲ ਬਾਲਟੀ ਭਰ ਜਾਂਦੀ ਹੈ, ਬਾਲਟੀ ਦੇ ਨਾਲ ਆਸਤਾ 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 ਨਦੀ ਨਾਲੇ ਭਰਨੇ ਸ਼ੁਰੂ ਹੋ ਜਾਂਦੇ ਨੇ। ਜਿਸ ਤਰ੍ਹਾਂ ਨਦੀਆਂ ਬਣ ਜਾਂਦੀਆਂ, ਨਦੀਆਂ ਮਿਲ ਬਣ ਕੇ ਸਮੁੰਦਰ ਬਣ ਜਾਂਦਾ ਹੈ, ਇਸ ਤਰ੍ਹਾਂ ਇੱਕ ਇੱਕ ਬੂੰਦ ਵਾਂਗੂ ਇੱਕ ਇੱਕ ਮਨੁੱਖ ਜਦੋਂ ਰਲਦਾ ਹੈ ਤਾਂ ਰਲ ਕੇ ਉਹਨਾਂ ਦੇ ਨਾਲ ਸਮਾਜ ਬਣਦਾ ਹੈ। ਇਹਦਾ ਮਤਲਬ ਬਾਣੀ ਸਿਰਫ ਮੈਨੂੰ ਹੀ ਨਹੀਂ ਸੁਧਾਰਦੀ ਹੈ, ਬਾਣੀ ਮੇਰੇ ਸਾਰੇ ਸਮਾਜ ਨੂੰ ਸੁਧਾਰਨਾ ਚਾਹੁੰਦੀ ਹੈ ਤਾਂ ਕਿ ਸਮਾਜ ਦੇ ਅੰਦਰ ਚੇਂਜ ਆਵੇ। ਸੋ ਬਾਣੀ ਸਮਾਜ ਦੀ ਨਵੀਂ ਸਿਰਜਣਾ ਕਰਦੀ ਹੈ। ਜੇ ਸਾਡਾ ਸਮਾਜ ਉਹੀ ਪੁਰਾਣੇ ਰੀਤ ਰਿਵਾਜ ਗੱਲੇ ਸੜੇ ਖਿਆਲਾਂ ਵਾਲਾ ਬਣਿਆ ਰਵੇ, ਇਸਤਰੀ ਨੂੰ ਸਤੀ ਹੋਣਾ ਪਵੇ, ਇਸਤਰੀ ਨੂੰ ਡੋਰਮੈਟ ਬਣਨਾ ਪਵੇ, ਇਸਤਰੀ ਨੂੰ ਮਰਦ ਦੇ ਦਬਦਬੇ ਹੇਠ ਰਹਿਣਾ ਪਵੇ, ਇਸਤਰੀ ਪਤੀ ਨੂੰ ਪਰਮੇਸ਼ਰ ਸਮਝਦੀ ਹੋਵੇ, ਤਾਂ ਇਹ ਸਾਰੀਆਂ ਗੱਲਾਂ ਪੁਰਾਣੀਆਂ ਗੱਲਾਂ ਨੇ। ਗੁਰਬਾਣੀ ਸਾਡੀ ਸੋਚ ਨੂੰ ਖੋਲ੍ਹਦੀ ਹੈ। ਪੈਰਾਸ਼ੂਟ ਵਰਕਸ ਵਨਸ ਇਟ ਇਜ਼ ਓਪਨਡ, ਸਿਮਿਲਰਲੀ ਬਾਣੀ ਸਾਡਾ ਦਿਮਾਗ ਖੋਲ੍ਹਦੀ ਹੈ, ਔਰ ਜਦੋਂ ਦਿਮਾਗ ਦੇ ਕਪਾਟ ਖੋਲ੍ਹਦੀ ਹੈ ਤਾਂ ਸਾਨੂੰ ਉੱਚੀ ਉਡਾਰੀ ਵਾਲਾ ਜੀਵਨ ਸਮਝ ਆਉਂਦਾ ਹੈ ਕਿ ਮੈਂ ਕਿੱਥੇ ਸਰਫੇਸ 'ਤੇ ਆਪਣਾ ਜੀਵਨ ਜੀਵੀ ਜਾ ਰਿਹਾ, ਮੈਨੂੰ ਉੱਚਾ ਜੀਵਨ ਬਣਾਉਣਾ ਚਾਹੀਦਾ ਹੈ। ਸੋ ਜਦੋਂ ਅਸੀਂ ਸ਼ਬਦਾਂ ਦੇ ਅਰਥ ਪੜ੍ਹਦੇ ਹਾਂ ਤਾਂ ਫਰਜ਼ ਕਰੋ ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ, ਅਤੇ ਸਰਦੀਆਂ ਦੇ ਦਿਨ ਹੋਣ ਤਾਂ ਅਸੀਂ ਠੰਡਾ ਪਾਣੀ ਤਾਂ ਨਹੀਂ ਪੀ ਸਕਦੇ। ਰੁੱਖੀ ਸੁੱਕੀ ਖਾਣ ਦਾ ਮਤਲਬ, ਠੰਡਾ ਪਾਣੀ ਪੀਣ ਦਾ ਮਤਲਬ ਸਿੰਪਲ ਹੈ, ਉਹਦਾ ਭਾਵ ਅਰਥ ਹੈ ਕਿ ਤੂੰ ਸਾਦਗੀ 'ਚ ਰਿਹਾ ਕਰ। ਸਾਧ ਸੰਗਤ ਜੀ, ਜਦੋਂ ਅਸੀਂ ਸਾਦਗੀ 'ਚ ਨਹੀਂ ਰਹਿੰਦੇ ਹਾਂ, ਮੈਨੂੰ ਇੱਕ ਪੁਆਇੰਟ ਪਤਾ ਲੱਗਾ, ਮੈਂ ਉਹ ਸਾਂਝ ਕਰਨਾ ਚਾਹੁੰਦਾ। ਇੱਥੋਂ ਦੇ ਪ੍ਰਬੰਧਕ ਸੱਜਣਾਂ ਨੇ ਇੱਕ ਪੁਆਇੰਟ ਉਠਾਇਆ ਕਿ ਗੁਰਦੁਆਰਿਆਂ 'ਚ ਸਮਾਂ ਲਗਾ ਕੇ, ਸੋਨਾ ਲਗਾ ਕੇ ਆਪਣਾ ਪੈਸਾ ਔਰ ਐਨਰਜੀ ਕਿਉਂ ਜ਼ਾਇਆ ਕਰ ਰਹੇ ਹੋ। ਦਿਸ ਇਜ਼ ਐਪਰੀਸ਼ੀਏਬਲ ਪੁਆਇੰਟ ਕਿ ਕੋਈ ਪ੍ਰਬੰਧਕਾਂ ਨੇ ਗੱਲ ਤੇ ਉਠਾਈ, ਵਰਨਾ ਪ੍ਰਬੰਧਕ ਤੇ ਕਹਿੰਦੇ ਸਾਧ ਸੰਗਤ ਜੀ ਵੱਧ ਤੋਂ ਵੱਧ ਮਾਇਆ ਦਿਓ ਤੇ ਸੋਨਾ ਝਾੜੀਏ, ਸੋਨੇ ਦੀ ਪਾਲਕੀ ਬਣਾਈਏ, ਸੋਨਾ ਦਾ ਗੁੰਬਦ ਲਗਾਈਏ। ਪਰ ਸਾਡੇ ਆਸ-ਪਾਸ ਦੇਖੀਏ ਕਿਤਨੇ ਲੋੜਵੰਦ ਲੋਕ ਬੈਠੇ ਨੇ ਜਿਨ੍ਹਾਂ ਨੂੰ ਜੌਬਸ ਚਾਹੀਦੀਆਂ ਨੇ, ਕਿਤਨੀਆਂ ਲੋੜਵੰਦ ਵਿਧਵਾਵਾਂ ਜਿਨ੍ਹਾਂ ਨੂੰ ਸ਼ੈਲਟਰ ਵੀ ਨਹੀਂ ਹੈ, ਔਰ ਉਹਨਾਂ ਨੂੰ ਕਿਸ ਤਰ੍ਹਾਂ ਜ਼ਲੀਲ ਹੋਣਾ ਪੈਂਦਾ ਹੈ। ਇਸ ਤਰੀਕੇ ਦੇ ਨਾਲ ਅਸੀਂ ਆਪਣੇ ਸਮਾਜ ਨੂੰ ਫਿਕਸ ਅਪ ਕਰਦੇ ਹਾਂ। ਗੁਰੂ ਪਾਤਸ਼ਾਹ ਨੇ ਸਾਨੂੰ ਨਹੀਂ ਕਿਹਾ ਕਿ ਤੁਸੀਂ ਸੋਨਾ ਔਰ ਸੰਗਮਰਮਰ ਲਾਉਂਦੇ ਰਹੋ, ਪਰ ਜਦੋਂ ਸਾਦਗੀ ਸਮਝ ਆਏਗੀ ਨਾ ਤਾਂ ਉਸ ਦਾ ਸਭ ਤੋਂ ਵੱਡਾ ਇਫੈਕਟ ਇਹ ਸ਼ੁਰੂ ਹੋਏਗਾ, ਸਾਡੇ ਗੁਰਦੁਆਰੇ ਇਹ ਸ਼ੋਅ ਆਫ ਦੇ ਸੋਨਾ ਲਾਉਣ ਵਾਲੇ, ਸੰਗਮਰਮਰ ਲਾਉਣ ਵਾਲੇ ਨਹੀਂ ਹੋਣਗੇ, ਜਿੱਥੋਂ ਸਾਨੂੰ ਇਹ ਪ੍ਰੇਰਨਾ ਮਿਲੇਗੀ ਕਿ ਮੈਂ ਵੀ ਸਾਦਗੀ ਵਾਲਾ ਜੀਵਨ ਜੀਣਾ ਹੈ। ਜਿੱਥੋਂ ਇਹ ਪ੍ਰੇਰਨਾ ਮਿਲੇਗੀ ਕਿ ਜੇ ਇਹ ਸੋਨੇ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਤਾਂ ਮੈਂ ਵੀ ਵਿਆਹ ਸ਼ਾਦੀ 'ਤੇ ਇਹ ਸੋਨੇ ਦੀਆਂ ਲੜੀਆਂ ਔਰ ਦਿਖਾਵੇ ਦੀ ਗੇਮ ਵਿੱਚ ਨਹੀਂ ਪੈਣਾ, ਮੈਨੂੰ ਸਾਦਗੀ ਸਿੱਖਣੀ ਹੈ। ਇਹ ਸਾਦਗੀ ਦੀ ਪ੍ਰੇਰਨਾ ਗੁਰਦੁਆਰਾ ਦਿੰਦਾ ਹੈ।
ਗੁਰਦੁਆਰਾ ਇੱਕ ਸਕੂਲ ਹੈ, ਪਾਠਸ਼ਾਲਾ ਹੈ, ਸਤਸੰਗਤ ਸਤਿਗੁਰ ਚਟਸਾਲ ਹੈ, ਜਿੱਥੇ ਹਰ ਗੁਣ ਸਿੱਖਾ। ਅਸੀਂ ਗੁਣ ਸਿੱਖਦੇ ਹਾਂ, ਸਿੱਖ ਕੇ ਆਪਣੇ ਇੱਥੇ ਬਾਣੀ ਨੂੰ ਛੋੜ ਕੇ ਨਹੀਂ ਚਲੇ ਜਾਂਦੇ ਹਾਂ, ਸਿੱਖ ਕੇ ਬਾਣੀ ਨੂੰ ਨਾਲ ਲੈ ਕੇ ਜਾਂਦੇ ਹਾਂ, ਆਪਣੇ ਘਰਾਂ ਵਿੱਚ ਵਰਤਦੇ ਹਾਂ, ਵਿਵਹਾਰ ਵਿੱਚ ਸਿੱਖ ਕੇ ਬਾਣੀ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਾਂ, ਆਪਣੇ ਬਿਹੇਵੀਅਰ ਵਿੱਚ, ਤਾਂ ਅਸੀਂ ਬਿਜ਼ਨਸ ਨੌਕਰੀ ਵਿੱਚ ਖਰੇ ਉਤਰਨ ਵਾਸਤੇ ਉਸ ਨੂੰ ਵਰਤਦੇ ਹਾਂ। ਸੋ ਇਹ ਸਿਰਫ ਇੱਥੇ ਝੂਮ ਕੇ ਪਾਠ ਕਰਕੇ, ਅੱਖਾਂ ਨੂਟ ਕੇ, ਸਿਰਫ ਨਿਤਨੇਮ ਕਰਕੇ, ਸਿਰਫ ਕੀਰਤਨ ਕਰਕੇ ਅਸੀਂ ਘਰ ਨਹੀਂ ਚਲੇ ਜਾਣਾ। ਅਸੀਂ ਬਾਣੀ ਨੂੰ ਇੱਥੇ ਵਸਾ ਕੇ ਆਪਣੇ ਭਲੇ ਵਾਸਤੇ ਇਸ ਦਾ ਵੱਧ ਤੋਂ ਵੱਧ ਸਦਉਪਯੋਗ ਕਰਨਾ ਹੈ। ਸੋ ਧੰਤਾ ਹੀ ਹੋ ਗਿਆ ਪ੍ਰਬੰਧਕ ਜੇ ਇਸ ਕਿਉਂਕਿ ਮੈਂ ਉਸ ਦਾ WhatsApp ਵਾਇਰਲ ਦੇਖਿਆ ਅਤੇ ਮੈਂ ਕਿਹਾ ਸ਼ੁਕਰ ਹੈ ਕਿ ਕੋਈ ਪ੍ਰਬੰਧਕ ਸੋਨੇ ਦੇ ਅਗੇਂਸਟ ਵੀ ਬੋਲਣ ਵਾਲੇ ਉੱਠੇ ਨੇ। ਇਸ ਤਰੀਕੇ ਦੀਆਂ ਗੱਲਾਂ ਪ੍ਰਬੰਧਕ ਕਰਨਗੇ ਤਾਂ ਸਾਨੂੰ ਸਮਝ ਆਵੇਗੀ। ਖੈਰ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਅਸੀਂ ਦੂਸਰਿਆਂ ਨਾਲ ਕੰਪੈਰੀਜ਼ਨ ਨਹੀਂ ਕਰਾਂਗੇ, ਅਸੀਂ ਸਾਦੇ ਹੁੰਦੇ ਜਾਗੇ। ਜਦੋਂ ਅਸੀਂ ਦੂਸਰਿਆਂ ਨਾਲ ਕੰਪੈਰੀਜ਼ਨ ਕਰਦੇ ਹਾਂ ਤਾਂ ਉਹ ਸਾਰਾ ਬਿਲੋਂਗ ਕਰਦਾ ਹੈ ਮੇਰੇ ਮਨ ਦੇ ਰੱਬ ਜੀ ਤੋਂ ਮੁਨਕਰ ਹੋਣ ਵਾਲੇ ਪਾਸੇ, ਰੱਬ ਜੀ ਤੋਂ ਡਿਟੈਚ ਹੋ ਗਏ, बाहरले वाले पासे पै गए। फलाना तीर्थ पे जाता है, हम भी चलेंगे, चलो बसें भरो और चलो। गुरु पातशाह इस लड़ी विच कहते ने, जंगल जंगल क्या भवें बण कंडा मोड़े, जंगल जंगल क्या भवें बण कंडा वसी रब हियाली है, वसी रब हियाली है, वसी रब हियाली है, वसी रब वसी रब हियाली है। जंगल क्या ढूंढे, जंगल क्या ढूंढे, जंगल क्या ढूंढे, जंगल जंगल क्या भवें बण कंडा मोड़े, जंगल जंगल क्या भवें बण कंडा मोड़े। लफ्ज़ी अर्थ, भगवान को, खुदा को जंगल में ढूंढने कहाँ जा रहा है, कहाँ वे वहाँ पर पेड़ पौधों के अंदर ढूंढ रहा है, ਇਹ ਲਫ਼ਜ਼ੀ ਅਰਥ ਨੇ। ਪਰ ਜਦੋਂ ਅਸੀਂ ਉਸ ਨੂੰ ਗਹਿਰਾਈ 'ਚ ਆਪਣੇ ਵਾਸਤੇ ਸਮਝਦੇ ਹਾਂ ਤਾਂ ਪਤਾ ਲੱਗਦਾ ਅਸੀਂ ਤੇ ਜੰਗਲ ਜਾਂਦੇ ਹੀ ਨਹੀਂ, ਅਸੀਂ ਤੇ ਸ਼ਹਿਰ ਵਿੱਚ ਰਹਿੰਦੇ ਹਾਂ, ਅਸੀਂ ਤੇ ਰੱਬ ਨੂੰ ਲੱਭਣ ਜੰਗਲ ਜਾ ਹੀ ਨਹੀਂ ਰਹੇ, ਅਸੀਂ ਤੇ ਰੱਬ ਨੂੰ ਲੱਭਣ ਤੀਰਥ ਸਥਾਨ 'ਤੇ ਜਾਂਦੇ ਹਾਂ, ਜਾਂ ਅਸੀਂ ਰੱਬ ਨੂੰ ਲੱਭਣ ਕਿਸੇ ਧਾਰਮਿਕ ਸਥਾਨ 'ਤੇ ਜਾਂਦੇ ਹਾਂ। ਫਿਰ ਅਸੀਂ ਸਮਝ ਰਹੇ ਹੁੰਦਾ ਜਿਹੜਾ ਬਾਬਾ ਜੀ ਦਾ ਕਮਰਾ ਉੱਥੇ ਹੀ ਰੱਬ ਜੀ ਰਹਿੰਦੇ ਨੇ। ਔਰ ਸਾਡੀ ਆਦਤ ਇੱਥੇ ਤੱਕ ਪੱਕ ਜਾਂਦੀ ਹੈ, ਮੈਂ ਗੁਰਦੁਆਰੇ ਖੜੀ ਹਾਂ ਜੇ ਝੂਠ ਬੋਲਾਂ, ਇਹਦਾ ਮਤਲਬ ਮੈਂ ਬਾਹਰ ਝੂਠ ਬੋਲ ਸਕਦੀ ਹਾਂ, ਕਿਉਂਕਿ ਬਾਹਰ ਰੱਬ ਜੀ ਨਹੀਂ ਰਹਿੰਦੇ ਨੇ, ਗੁਰਦੁਆਰੇ ਗੁਰੂ ਸਾਹਿਬ ਰੱਬ ਜੀ ਰਹਿੰਦੇ ਨੇ। ਬੱਤੀ ਉੱਤੇ ਗੁਟਕੇ 'ਤੇ ਹੱਥ ਰੱਖ ਕੇ ਕਹਿ ਰਿਹਾ ਵਾਂ, ਇਹਦਾ ਮਤਲਬ ਬਿਨਾਂ ਹੱਥ ਰੱਖਿਆ ਮੈਂ ਝੂਠ ਬੋਲ ਸਕਦਾ। ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜੇ ਦੇ ਅਸੀਂ ਗਹਿਰਾਈ 'ਚ ਜਦੋਂ ਉਤਰਾਂਗੇ, ਸਾਡੇ ਇਸ ਸਾਰੇ ਸਰੀਰ ਨੂੰ, ਇਸ ਦੇ ਇੱਕ ਇੱਕ ਅੰਗ ਨੂੰ, ਇਸ ਦੇ ਰੋਮ ਰੋਮ ਨੂੰ ਬਨਸਪਤੀ ਕਹਿੰਦੇ ਨੇ, ਜੰਗਲ ਕਹਿੰਦੇ ਨੇ, ਬਨ ਕਹਿੰਦੇ ਨੇ, ਗਾਉਂ ਕਹਿੰਦੇ ਨੇ, ਪਿੰਡ ਕਹਿੰਦੇ ਨੇ। ਜਦੋਂ ਮੈਂ ਆਪਣੇ ਸਰੀਰ ਦੇ ਸਵਾਦਾਂ 'ਚ ਪੈ ਜਾਂਦਾ ਹਾਂ ਤਾਂ ਵੇਖ ਪਰਾਈ ਚੋਪੜੀ ਤਰਸਾਂਦਾ ਨਾ ਆਪਣਾ ਜੀ। ਜਦੋਂ ਮੈਂ ਸਰੀਰ ਦੇ ਸਵਾਦਾਂ 'ਚ ਆਪਣੀ ਅੱਖ ਦੇ ਸਵਾਦ ਵਿੱਚ ਪੈ ਗਿਆ, ਅੱਖੀਂ ਸੂਤਕ ਪੈ ਗਿਆ, ਕੰਨ ਦੇ ਸਵਾਦ ਵਿੱਚ ਪੈ ਗਿਆ, ਸੂਤਕ ਪੈ ਗਿਆ, ਮੈਂ ਨਿੰਦਾ ਸੁਣਨਾ ਪਸੰਦ ਕਰਾਂਗਾ। ਜੀਭ 'ਤੇ ਸਵਾਦ ਸੂਤਕ ਪੈ ਗਿਆ, ਜੀਭ ਦੇ ਸੂਤਕ ਕੀ ਕਰੇਗਾ, ਮੈਨੂੰ ਦੂਜੇ ਦੀ ਨਿੰਦਾ ਸਿਖਾਏਗਾ, ਦੂਜੇ ਦੀ ਲੈਗ ਪੁਲਿੰਗ ਸਿਖਾਏਗਾ, ਦੂਜੇ ਨੂੰ ਬੁਲੀ ਕਰਨਾ ਸਿਖਾਏਗਾ, ਦੂਜੇ ਦੀ ਪੱਤ ਲਾਣਾ ਸਿਖਾਏਗਾ, ਚਾਰ ਬੰਦਿਆਂ ਦੇ ਸਾਹਮਣੇ ਕਿਸੇ ਨੂੰ ਭੰਡਣਾ ਸਿਖਾਏਗਾ। ਕਿਸੇ ਬਾਰੇ ਜ਼ਰਾ ਜੀ ਕਮਜ਼ੋਰੀ ਪਤਾ ਲੱਗ ਗਈ ਹੈ, ਸਾਰੀ ਦੁਨੀਆ ਨੂੰ ਭੰਡ ਕੇ ਉਹਦੇ ਬਾਰੇ ਸੁਣਾਏਗਾ। ਮੇਰੀ ਜੀਭ 'ਤੇ ਸੂਤਕ ਪੈ ਗਿਆ, ਇਹ ਸਾਰੇ ਮੇਰੇ ਅੰਗ ਖਰਾਬ ਹੋ ਗਏ। ਮੈਂ ਇਹਨਾਂ ਅੰਗਾਂ ਦੇ ਸਵਾਦ ਵਿੱਚ ਪਿਆ ਔਰ ਮੈਨੂੰ ਕਹਿ ਰਹੇ ਨੇ ਜੰਗਲ ਜੰਗਲ ਕਿਆ ਭਵੇਂ, ਇਹ ਇਨਕੇ ਸਵਾदों में कहाँ घूम रहा है।
जंगल जंगल क्या भावें वण कंडा मोड़े, इस जंगल विच तू वण का मतलब है एक एक तुसी अजकल सुन रहे हो ना बसंत, बसंत के सारे शब्द सुन रहे हो। दरबार साहब तो भी सवेरे भी और शामी भी रागी सिंह जी पहला शब्द बसंत विच पढ़ते हैं, मौली धरती मौलिया आकाश। ए इस बाहरली सृष्टि की गल नहीं चल रही। मौली धरती मेरे मन की धरती मौल गई जदों मैं सतगुर की गल सुनी, क्योंकि इस असी 7 बसंत की गल सीख रहे हैं। 12 महीने बसंत, कबीर ऐसा बीज बोए है जो 12 मास फलंत वाली बसंत सीख रहे हैं। ये बाहरली बसंत तो 2 महीने रहेगी। ये गल वखरी है कि उन्होंने 2 महीने गाते गायन करते हैं, पर असी 3 बसंत जो हर गुण गाए हमेशा बसंत चढ़ी रहे, ਉਹਦੇ ਨਾਲ मौली धरती मौलिया आकाश, मेरा सोचनी का ढंग भी मौल गया। घट घट मौलिया आत्म प्रकाश, घट घट मेरा रोम रोम एक एक अंग फिक्सअप हो गया। बसंत चढ़ गई। बसंत जदों चढ़ जाती है, जिस मनुख दे बसंत चढ़ गई, द परसन हु गॉट द स्प्रिंग्स फॉर एवर, वो ब्लॉसमिंग हो जाता है। ब्लॉसिंग मतलब वो खिड़िया रहता है। ब्लॉसिंग मतलब वो घूरी नहीं वटता है। ब्लॉसिंग का मतलब वो जबान नाल भैड़े बोल नहीं बोलता है। ब्लॉसिंग का मतलब वो निंदा नहीं करता है। ब्लॉसमिंग का मतलब वो घर जदों भी कोई भी आवे वो खिड़े मत्थे मिलता है, आओ जी जी आया नू। इसी लड़ी विच फरीद जी कहते हैं, फरीदा जे मैं हुंदा वारिया मित्ता आड़िया हेड़ा जले मजीठ चों उपर अंगारा, मैं मेरे घर मेहमान आए मैं उन्होंने ठीक तरह डील ही नहीं किया, ਹੁਣ मैं सड़दा पिया जिमें अंगारा सड़दा है। असी इस शब्द ਨੂੰ डिटेल ही अशोक विहार समझ चुके हैं। लड़ी विच मैं अज अपने शब्दां श्लोकां च अगे वधना है। सो जंगल जंगल क्या भावें वण कंडा मोड़े, एक एक अंग ਨੂੰ सच तो मुनकर कर लिया। एक एक अंग ਨੂੰ सच तो पिठ दे के पुठे पासे मूँह कर लिया। मूँह फेरिया मूँह जूठा होए, ਉਹਨੂੰ ਕਹਿੰਦੇ ਨੇ संत शरण जो जन परै सोजन उधरन हार, संत की निंदा नानका बौर बौर अवतार। संत डज नॉट मीन किसी मनुख ਨੂੰ नहीं कहते ने, रब जी चो जिहड़े रब जी ਨੂੰ सच कहते ने, सच तो सत निकलिया। सत मतलब एसेंस ऑफ गॉड, एसेंस विच की जो जो चंगे चंगे गुण निकलते ने, वर्च्यूज आइडियल्स डिवाइन इंटलैक्ट, जो चंगे गुण निकलते हैं रब जी चों, उन्होंने संत कहते हैं। चंगे गुणों की प्रैक्टिस करना संतन संग कहलाता है। सो रब जी प्रतीक है चंगे गुणों की सप्लाई करन वाली सोर्स, संतन संग। तो कहते ने सच तो मुंह मोड़ लिया, संत की निंदा नानका मीन्स चंगे गुणा की निंदा कर दी। साध संगत जी फर्ज करो इधर मेरी पत्नी बैठी है, मैं अपनी पत्नी वाले इंच पिठ कर ली, इनू निंदा करना नहीं कहते ने। मैं मन करके पिठ कर ली, उन्हों निंदा करना कहते ने। मीन्स सच तो जदों मैं मुनकर हो गया, सच तो मुनकर होना, किसी भी चंगे गुण तो मुनकर होना निंदा कहलाता है। निंदा मीन्स आई डोंट केयर, क्या जो सच है मैं उसकी केयर नहीं करता, मैं रिश्वत ले लेता हूँ, मैं भ्रष्टाचार कर लेता हूँ, मैं जहाँ निंदा करनी हो कर लेता हूँ, जहाँ गालां कढ़नी हो कढ़ लेता हूँ। इसका मतलब मैं सच तो मूँह फेरिया, मूँह फेरिया, ए वाला मूँह नहीं, मन दा मूँह, मन दे अंग, मन दे अंग सच तो मूँह फेर जाना, ਉਹਨੂੰ ਕਹਿੰਦੇ ਨੇ ਅੱਜ ਦੇ ਸ਼ਲੋਕ ਵਿੱਚ अंग मुड़े मुड़ जाए। मेरे सारे अंग मन दे अंग, मन करके इस तन दे अंग सच तो मुनकर हो जाते हैं, हो गए। ਉਹਦੀ निशानी की है अपसेट, ਉਹਦੀ निशानी की है एक घड़ी ना मिलते ता कलयुग होता। कलयुग का मतलब की है कल कल कलेश, अपसेट, डिस्टर्ब्ड, एजिटेटेड, इरीटेटेड, फ्यूरीअस, घूरी वटना, त्यूड़ी कढ़ना, किसी नूं नफरत की नज़र नाल देखना, किसी नूं उत्तों थल्ले तक नापना। लोग इंज ही करते हैं।
ਫਰੀਦ ਜੀ ਅੱਜ ਦੇ ਸ਼ਲੋਕ ਵਿੱਚ ਸਾਨੂੰ ਸਮਝਾਉਣ ਲੱਗੇ ਨੇ, ਜਦੋਂ ਸੱਚ ਦੇ ਨਾਲ ਨਾ ਜੁੜੋ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਅਵਤਾਰ ਦਾ ਮਤਲਬ ਕੀ ਹੁੰਦਾ ਹੈ? अवतरण। अवतार का मतलब क्या होता है? अपने इंसानियत के, आइडियल्स के, स्पिरिचुअलिटी के, धार्मिकता के, रूहानियत के तल से नीचे गिरते जाना। लुक वाइज मनुख दिसना बट करतूत पशु की मानस जात। उन्होंने कहते ने पशु मानस चंप लेटे, अंदरों कालिया। मैं अंदर काले ख्याल रखदा, मंदे ख्याल रखदा, बाहरों मैं चंबड़ा परसोना लपेटिया होया है इंसाना वाला। किन्ने? पशु ने। जदों सारे अंग पुठे पासे मुड़ जान उन्होंने कहते ने वणकंडा मोड़े। अबे वस्सी दा भेयाली है, खुदा तेरे अंदर रहता है, जंगल क्या ढूंढे, इन्हां शरीर दे अंगां च की पिया होया है। ਜਦੋਂ ਅਸੀਂ ਸਰੀਰ ਦੇ ਅੰਗਾਂ 'ਚ ਪੈਂਦੇ ਹਾਂ, ਅੰਗ ਸਵਾਦ ਲੈਣਾ ਚਾਹੁੰਦੇ ਨੇ ਆਪਣਾ, ਉਹਨੂੰ ਕਹਿੰਦੇ ਨੇ ਦੇਹੀ ਗਾਵਾਂ ਜੀਓ ਧਰ ਮਹਿਤੋ ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਨੂ ਰਸਪਤ ਇੰਦਰੀ ਕਿਆ ਨਾ ਮਾਨਾ। ਫਿਰ ਪਤਾ ਕੀ ਹੁੰਦਾ ਬਾਬਾ? अब न बसोए गाँव। अब भाई साहब तुम्हारा ये गाँव है ना जो, ये डिस्टर्ब्ड रहेगा। जिन्हां दा गाँव डिस्टर्ब हो जाता ना, वो पति पत्नी दुखी रहते हैं, वो माँ पुत्र धियाँ पुत्र आपस ही दुखी रहते हैं, नूह सस दुखी रहते हैं, सारा घर डिस्टर्ब हो जाता है। और जो घर डिस्टर्ब हो जाता है, साडा आस्ता आस्ता सारा समाज खराब हो जाता है। फरीद जी बड़े ही दर्द दे नाल प्यार नाल सानू पुछ रहे ने, जाए पुछो डुहागणी, तुसी केड़ी डुअलिटी च पए होए हो है दुनिया दे लोको। जाए पुछो डुहागणी, तुम क्यों रैण विहाए। रैण दा मतलब हुंदा है जिंदगी। प्राणी तू आया लाहा लैण, लगा कित को फकड़े सब मुकदी चली रैण। ये पंक्तियां सी बार बार रिपीट करते हैं कि गुरबाणी च रैण दा मतलब रात नहीं हुंदा। गुरबाणी च रैण दा मतलब हुंदा है जिंदगी। सब मुकदी चली रैन, तेरी सारी जिंदगी ऐसे जाया जा रही है। किस तरह? डुहागन। डुहागन मीन्स डुअलिटी में रहने वाला। कभी शरीफ हो जाना, कभी बदमाश हो जाना, कभी सीधे पासे पै जाना, कभी पुठे पासे पै जाना। गुरुद्वारे आना, सब दे सामने अखा नूट के लंबी चौड़ी अरदास करनी, ऑरेंज कन पकड़ने, घूम के चौर कर करा के चले जाना। बाहर जाके फिर दो पईयां विसर गईयां। असी बदलते ही नहीं हाँ। सो फरीदा जंगल जंगल क्या भावें वण कंडा मोड़े, वसी रब हियाली है जंगल क्या ढूंढे। जे अंदर दे रब खुदा दी गल सुन लवो तां पता की हुंदा है? विच करता पुरख खलोआ, वाल ना विंगा होआ। विच करता पुरख खलोआ, वाल ना विंगा होआ। मज्जन गुरां दा रासे, जप हर हर किल विखना से। मज्जन गुरां दा रासे, जप हर हर किल विखना से। जो नावे सो कुल तरावे, उधार हुआ है जी का संतो। रामदास सरोवर संतो, रामदास सरोवर। वो सरोवर इत्थे है, अंदर है, जिथे रब जी रहिंदे ने। जिथे रब जी रहिंदे ने उन्होंने दरगाह कहते हैं, जिथे रब जी रहिंदे ने उन्होंने सतगुर कहते हैं। सतगुर और रब अंदर वसदा है, जिथे वो वसदा है उन्होंने गुर दरियाओ कहते हैं, उन्होंने गुर सागर कहते हैं, उन्होंने गुर सर कहते हैं, हार सर कहते हैं, सत सर कहते हैं, राम सर कहते हैं, सरोवर कहते हैं। संतो रामदास सरोवर नहीं का जो नाव है, यह नाव है। असी रोज़ सवेरे पढ़ते हैं अंतरगत तीरथ
अंदर दी गति कर ले। साध संगत जी कितना सिंपल सिंपल है, कहीं पर बाहर जाकर नहाने की बात नहीं चल रही। अपने अंदर दी गति कर लै, सच दी मत लैके गुर दरियाओ सदा जल निर्मल, मिलिया दुरमत मैल ही रह सतगुर पाइया पूरा नामण पशु प्रेतों देव करे। तेरी अंदर दी गति कर लै ना। अंदर दी गति का एक सिंपल जिहा एग्जाम्पल बनाते हैं। साडा बच्चा कहना नहीं मनता, साडा बच्चा राती देर नाल आंदा है, ਜਦੋਂ 1-2 ਵਜੇ ਆਂਦਾ ਹੈ, ਕੁਸੰਗਤ ਕਰਕੇ ਆਂਦਾ ਹੈ, ਸ਼ਰਾਬ ਪੀ ਕੇ ਆਂਦਾ ਹੈ, ਡਾਂਸ ਕਰਕੇ ਆਂਦਾ ਹੈ, ਗਲਤ ਸੁਸਾਇਟੀ 'ਚ ਹੋ ਕੇ ਆਂਦਾ ਹੈ, ਘਰ ਪਿਤਾ ਮਾਂ ਨੂੰ ਕਹਿੰਦਾ ਤੂੰ ਲਾਡ ਨਾਲ ਵਿਗਾੜਿਆ, ਦੇਖ ਇਹਨੇ ਸਾਰਾ ਘਰ ਡਿਸਟਰਬ ਕੀਤਾ ਹੋਇਆ, ਕੋਈ ਤਰੀਕਾ ਹੈ? ਉਹ ਸੁਣਦਾ ਹੀ ਨਹੀਂ। ਪਰ ਉਹਨੂੰ ਅਚਾਨਕ ਇੱਕ ਦਿਨ ਗੱਲ ਸਮਝ ਆ ਜਾਂਦੀ ਹੈ, ਮੈਨੂੰ ਮੇਰੇ ਮਾਤਾ ਪਿਤਾ ਦੀ ਗੱਲ ਮੰਨਣੀ ਚਾਹੀਦੀ ਹੈ, ਇਹਦੇ 'ਚ ਮੇਰੀ ਸਿਹਤ ਦਾ ਫਾਇਦਾ ਹੈ, ਮੈਨੂੰ ਵਕਤ ਸਿਰ ਉੱਠਣਾ ਚਾਹੀਦਾ ਹੈ, ਮੈਨੂੰ ਵਕਤ ਸਿਰ ਸੌਣਾ ਚਾਹੀਦਾ ਹੈ, ਮੈਂ ਆਂਦਾ ਰਾਤੀ ਲੇਟ ਹਾਂ, ਦੁਪਹਿਰ ਦੇ 1-2 ਵਜੇ ਤੱਕ ਸੁੱਤਾ ਰਹਿੰਦਾ ਵਾਂ, ਇਹ ਮੇਰਾ ਕੋਈ ਜੀਵਨ ਹੈ, ਇਹਦੇ ਨਾਲ ਮੇਰੀ ਸਿਹਤ ਵੀ ਖਰਾਬ ਹੋਏਗੀ। ਇੰਝ ਉਹਨੂੰ ਨਾ ਆਪਣੇ ਅੰਦਰੋਂ ਰੱਬ ਜੀ ਦੀ, ਖੁਦਾ ਜੀ ਦੀ ਆਵਾਜ਼ ਸਮਝ ਆ ਗਈ, ਅੰਤਰਗਤ ਤੀਰਥ मल ना हो, अंदर दी गति हो गई। संतो रामदास सरोवर नीका जो नावै सो कुल तरावै। कुल होंदा है उहदा सोचनी दा ढंग बदल जाता है। उधार होआ है जी का विच करता पुरख लोआ, अंदर रब जी रहिंदे ने, उन्हां दी गल सुनिया कर। देयर इज़ नो हिंड्रेंस, कोई हर्डल नहीं है तेरे और रब जी दे विचकार, कोई हर्डल नहीं है। विच करता पुरख खलोआ, वाल ना विंगा हुआ, कोई जम बुद्धि कोई मंदे ख्याल मैनू अपने वल टैंपटिंग नज़र दे नाल मैनू गलत पासे घसीट नहीं सकते, नहीं, कैन नॉट पुल मी। उन्होंने कहते हैं वाल विंगा ना होना। हुण असीं ये पढ़िया ही इसी करके है कि असीं अज पढ़ रहे हैं अंग मुड़े मुड़ जाए, वाल विंगा होना, अंग मुड़ जाने वर्सिस असी सीख रहे हैं। फरीद जी सारे समाज ਨੂੰ पूछ रहे ने, जाए पूछो डोहागनी, अरे लो दुनिया के लोगों तुम डुअलिटी में रहते हो, शरीर के भोगों में पड़े रहते हो, इस स्वाद में पड़े रहते हो, तो तुम्हारी जिंदगी कैसे बीत रही है? जे अज सानू पुछण यार तुसी दाज भी लई जांदे हो, तुहाडी जिंदगी किवें बीत रही है? यार तुसी जाता पाता भी लाई जांदे हो, तुहाडी जिंदगी किवें बीत रही है? यार तुसी इस्त्री नूं बराबरता नहीं देंदे, तुहाडी जिंदगी किवें बीत रही है? यार तुसी गुरुद्वारे दे सेवादार जी, भाई साहब जी, ग्रंथी जी, उन्हां सारिਆਂ दे नाल उन्हां नूं मनुख ही नहीं समझदे, उन्हां नूं मिसट्रीट क्यों करदे हो यार? ओए भाई होए कह के क्यों बुलांदे हो यार? जिस तरह रिक्शे वाले नूं बुलांदे हो उस तरह इन्हां नूं बुलांदे हो यार। सारे मनुख ने, कुदरत के सब बंदे ने। साडी गति होती जाएगी, कुल उधरता जाएगा और साडी ज़बान संवरदी जाएगी। जितनी ज़बान संवरदी जावे ना, दूजा नूं लुट्टण वास्ते नहीं, सहज च आ जाण वास्ते, मिठास दे मिठे बोल बोलण वास्ते, निंदा छड्डण वास्ते। निंदा भली किसे की नहीं, करन ना सुने काहू की निंदा, सब ते जाना आपस को मंदा। इस तरीके दे नाल साडा जीवन बदलदा जांदा, अंदर दी गति होंदी जांदी है। सो फरीद जी कहंदे ने एक पल अज ना सुत्ती कंन स्यो। सुत्ती का मतलब होंदा मैं सच दे नाल अलाइंड नहीं हुई। सुन सखीए मेरी नींद पली, मैं अपना पीर मिलिया, मैं वो वाली नींद ही नहीं लई। जदों असी तोखले संसे खटके फिकर चिंता दे नाल सोंदे आ ना, तो सानू वो वाली नींद प्राप्त नहीं होती जिसनूं कहंदे ने सुपने आया भी गया मैं जल भरिया रोए, आ ही ना सका तुझ कन प्यारे भेज ना सका कोई। उस शब्द विच गुरु पातशाह बड़ी कीमती गल कर रहे, बायोलॉजिकल शरीरक सोण की गल नहीं कर रहे ने, जागण की गल कर रहे ने। सो अज ना सुत्ती कंत स्यों मतलब मैं सच नाल जुड़िया नहीं। जिस पल, अज मतलब जिस पल, अज ना सुत्ती कंत स्यों, कंत है मन। मन जदों सच नाल जुड़ जावे, मन रब रूपी कंत दे नाल मर्ज हो गया, मेरे शरीर का कंत बन गया। धन मतलब मत, मत कहती है मैं दे नाल अलाइंड नहीं हुई। नाउ इट इज़ इंस्पिरेशन कि अलाइंड हो जा। मन जिस पासे टुर गया, टुर पिया, उस पासे वाल अलाइंड हो जा। अज ना सुत्ती कंत स्यों, अंग मुड़े मुड़ जाए, सारे शरीर के अंग सच तो मुनकर हो जाते हैं।
कई लोग पूछते हैं वीर जी ਜਿਹੜੇ ਸਵੇਰੇ ਉੱਠਦੇ ਨੇ ਗੁਰਦੁਆਰੇ ਜਾਂਦੇ ਨੇ ਪਾਠ ਕਰਦੇ ਨੇ ਕੀਰਤਨ ਕਰਦੇ ਨੇ ਜਿਹੜੇ ਧਰਮੀ ਹੁੰਦੇ ਨੇ ਉਹਨਾਂ ਨੂੰ ਗੁੱਸਾ ਕਿਉਂ ਬਹੁਤਾ ਚੜ੍ਹਦਾ ਹੈ ਅੰਗ ਮੁੜ ਗਏ ਨੇ ਅਸੀਂ ਕੀ ਕਰੀਏ ਜੇ ਉਹਨਾਂ ਨੂੰ ਗੁੱਸਾ ਚੜ੍ਹਦਾ ਇਹਦਾ ਮਤਲਬ ਉਹਨਾਂ ਨੇ ਬਾਣੀ ਪੜ੍ਹ ਕੇ ਠੇਕਾ ਚੁੱਕ ਲਿਆ ਲੇਕਿਨ ਆਪਣਾ ਗੁੱਸਾ ਕਾਬੂ ਹੀ ਨਹੀਂ ਕੀਤਾ ਕਾਮ ਕ੍ਰੋਧ ਦੋਏ ਕਰੋ ਬਸੋਲੇ ਕੀਤਾ ਹੀ ਨਹੀਂ ਸਾਨੂੰ ਸਿੱਖਣਾ ਹੈ ਕਿ ਉਹਨਾਂ ਨੂੰ ਗੁੱਸਾ ਨਹੀਂ ਚੜ੍ਹਦਾ ਬਲਕਿ ਉਹ 'ਤੇ ਮਿਠਾਸ ਭਰਪੂਰ ਹੋ ਜਾਂਦੇ ਨੇ ਉਹ 'ਤੇ ਨਮਰਤਾ 'ਚ ਰਹਿੰਦੇ ਨੇ ਉਹ 'ਤੇ ਪਹਿਲਾ ਮਰਨ ਕਰੂਰ ਜੀਵਨ ਕੀ ਛਡਾਸ ਉਹ ਸਬਨ ਕੀ ਰੇਣਕਾ ਹੋ ਜਾਂਦੇ ਨੇ ਉਹ ਸਬਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਉਹ 'ਤੇ ਨਮਰਤਾ 'ਚ ਰਹਿਣ ਲੱਗ ਪੈਂਦੇ ਨੇ ਸੋ ਅੱਜ ਨਾ ਸੁੱਤੀ ਕੰਸਿਓ ਅੰਗ ਮੁੜ ਮੁੜ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ ਸੋ ਤੁਮ ਦਾ ਮਤਲਬ ਸਾਨੂੰ ਸਾਰਿਆਂ ਨੂੰ ਪੁੱਛ ਰਹੇ ਨੇ ਤੁਸੀਂ ਸਾਰੇ ਕਿਸ ਤਰ੍ਹਾਂ ਹੁਣ ਅਸੀਂ ਇਸ ਤੋਂ ਅਗਲੇ ਸ਼ਲੋਕ ਵਿੱਚ ਚੱਲਾਂਗੇ ਸਹੁਰੇ ਢੋਈ ਨਾ ਲਹਿ ਪਈਏ ਨਾ ਹੀ ਥਾਉ ਇਹ ਸਹੁਰੇ ਪੇਕੇ ਦਾ ਪੁਆਇੰਟ ਮੈਂ ਪਹਿਲਾਂ ਵੀ ਸਾਂਝ ਕੀਤਾ ਸੀ ਗੁਰਬਾਣੀ ਅੰਦਰ ਇਹ ਲਫ਼ਜ਼ ਆਉਂਦੇ ਨੇ ਇਹਨਾਂ ਦੀ ਗਹਿਰਾਈ 'ਚ ਅਰਥ ਕੁਛ ਹੋਰ ਨੇ ਸਿਰਫ ਇੱਕ ਇਸਤਰੀ ਵਾਸਤੇ ਉਹ ਜਿਸ ਘਰ 'ਚ ਰਹਿੰਦੀ ਉਹਦੇ ਮੰਮੀ ਪਾਪਾ ਵਾਲੇ ਘਰ ਨੂੰ ਪੇਕੇ ਨਹੀਂ ਕਹਿੰਦੇ ਨੇ ਔਰ ਜਦੋਂ ਉਹ ਪਤੀ ਦੇ ਘਰ ਚਲੀ ਜਾਂਦੀ ਹੈ ਸਹੁਰੇ ਦੇ ਘਰ ਉਹਨੂੰ ਸਹੁਰਾ ਘਰ ਨਹੀਂ ਕਹਿੰਦੇ ਨੇ ਸੋ ਅਸੀਂ ਇੱਕ ਸੈਮੀਨਾਰ ਕੀਤਾ ਸੀ ਉਹ ਸਾਰੀਆਂ ਟੇਪਾਂ ਕਿਤਾਬਾਂ ਤੁਹਾਡੇ ਵਾਸਤੇ ਅਸੀਂ ਬਾਹਰ ਲੈ ਕੇ ਆਏ ਹਾਂ ਪੇਕਾ ਸਹੁਰਾ ਸੈਮੀਨਾਰ ਦੀ CD ਹੈ ਜਦੋਂ ਵੀ ਕੋਈ ਇਨਸਾਨ ਸਿੱਖਦਾ ਹੈ ਨਾ ਸਿੱਖਣ ਦੀ ਅਵਸਥਾ ਨੂੰ ਪੇਕਾ ਘਰ ਆਦਿ ਅਵਸਥਾ ਕਹਿੰਦੇ ਨੇ ਜਦੋਂ ਸੱਚ ਸਿੱਖ ਕੇ ਸੱਚ ਦੇ ਗੁਣਾਂ ਦੇ ਨਾਲ ਪ੍ਰੈਕਟਿਸ ਕਰਨ ਲੱਗ ਪੈਂਦਾ ਹੈ ਖੇੜਾ ਮਹਿਸੂਸ ਕਰਦਾ ਹੈ ਬਲੌਸਮਿੰਗ ਵਿਕਾਸ ਚੈਨ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਐਕਸਟੈਸੀ ਵਨੈਸ ਵਿਦ ਗੋਡ ਮਹਿਸੂਸ ਕਰਦਾ ਨਾ ਇਸ ਅਵਸਥਾ ਨੂੰ ਸਹੁਰੇ ਘਰ ਦੀ ਅਵਸਥਾ ਕਹਿੰਦੇ ਨੇ ਮਰਨੇ ਕੇ ਬਾਅਦ ਨਹੀਂ ਤੁਸੀਂ ਹਮੇਸ਼ਾ ਸੁਣੋਗੇ ਇੱਕ ਦਿਨ ਮਰ ਜਾਵਾਂਗੇ ਫਿਰ ਸਹੁਰੇ ਘਰ ਰੱਬ ਜੀ ਦੇ ਘਰ ਜਾਵਾਂਗੇ ਸਾਧ ਸੰਗਤ ਜੀ ਮਰਨ ਤੋਂ ਬਾਅਦ ਮੂੰਹ ਹੋਇਆ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ ਬੇਣੀ ਕਹਿ ਸੁਣੋ ਅਰੇ ਭਗਤੋ ਮਰਨ ਮੁਕਤ ਕਿਨ ਪਾਈ ਸਾਧ ਸੰਗਤ ਜੀ ਗੁਰਮਤ ਜੀਂਦੇ ਜੀ ਮੁਕਤ ਅਵਸਥਾ ਦਾ ਕੰਮ ਹੈ ਮੁਕਤ ਅਵਸਥਾ ਦਾ ਸੁਨੇਹਾ ਦਿੰਦੀ ਜੀਂਦੇ ਜੀ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਜੀਂਦੇ ਜੀ ਰੱਬ ਜੀ ਦੇ ਨਾਲ ਮਿਲਾਉਂਦੀ ਹੈ ਸੋ ਸਹੁਰੇ ਢੋਈ ਨਾਲ ਹੈ ਪਈਏ ਨਾ ਹੀ ਥਾਉ ਦੇ ਅਸੀਂ ਲਫ਼ਜ਼ੀ ਅਰਥ ਹੁੰਦੇ ਨੇ ਜਿਹੜੀ ਇਸਤਰੀ ਠੀਕ ਨਹੀਂ ਹੈ ਉਹ ਪੇਕੇ ਘਰ ਵੀ ਸੁਖੀ ਨਹੀਂ ਅਤੇ ਸਹੁਰੇ ਘਰ ਵੀ ਸੁਖੀ ਨਹੀਂ ਲੇਕਿਨ ਗੁਰਬਾਣੀ ਪੜ੍ਹ ਕੇ ਅਸੀਂ ਸਿਰਫ ਇਸਤਰੀ 'ਤੇ ਨਹੀਂ ਟੁਕਾਉਂਦੇ ਹਾਂ ਗੁਰਬਾਣੀ ਪੜ੍ਹ ਕੇ ਅਸੀਂ ਇਸਤਰੀ ਨੂੰ ਮੰਦਾ ਨਹੀਂ ਕਹਿੰਦੇ ਹਾਂ ਗੁਰਬਾਣੀ ਪੜ੍ਹ ਕੇ ਅਸੀਂ ਇਸਤਰੀ ਨੂੰ ਬਰਾਬਰਤਾ ਦਿੰਦੇ ਹਾਂ ਲੇਕਿਨ ਸਾਰੇ ਸ਼ਬਦਾਂ ਨੂੰ ਉਹਦੇ 'ਤੇ ਟੁਕਾ ਕੇ ਜਿਸ ਤਰ੍ਹਾਂ ਅਸੀਂ ਪੜ੍ਹਿਆ ਸੀ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਅਰਬਾਂਝਾ ਇਹ ਮੇਰੀ ਮੰਮੀ ਵਾਸਤੇ ਮੇਰੇ ਮਾਤਾ ਜੀ ਵਾਸਤੇ ਮੇਰੀ ਬਾਇਓਲੋਜੀਕਲ ਮਾਂ ਵਾਸਤੇ ਸ਼ਬਦ ਨਹੀਂ ਹੈ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਅਰਬਾਂਝਾ ਮਾਤ ਦਾ ਮਤਲਬ ਹੁੰਦਾ ਮੱਤ ਉਹਦੀ ਮੱਤ ਬਾਂਝ ਹੋ ਜਾਂਦੀ ਹੈ ਉਹ ਚੰਗਾ ਸੋਚ ਨਹੀਂ ਸਕਦਾ ਹੈ ਇਸ ਤਰੀਕੇ ਦੇ ਨਾਲ ਅਸੀਂ ਲਫ਼ਜ਼ੀ ਅਰਥ ਤੋਂ ਅੱਗੇ ਗਹਿਰਾਈ 'ਚ ਸਮਝਦੇ ਹਾਂ ਆਪਣੇ 'ਤੇ ਟੁਕਾ ਕੇ ਸੋ ਜਦੋਂ ਆਏਗਾ ਸਹੁਰੇ ਢੋਈ ਨਾ ਲਹੈ ਪਈਏ ਨਾ ਹੀ ਥਾਉ ਤਾਂ ਇਹਦਾ ਮਤਲਬ ਹੋਇਆ ਕਿ ਜਦੋਂ ਮੈਂ ਸੱਚ ਨਹੀਂ ਸਿੱਖਦਾ ਨਾ ਤਾਂ ਮੈਂ ਹਰ ਵੇਲੇ ਅਪਸੈਟ ਰਹਿੰਦਾ ਹਾਂ ਸਹੁਰੇ ਢੋਈ ਨਾ ਲਹੈ ਪਈਏ ਨਾ ਹੀ ਥਾਉ ਜੇ ਮੈਂ ਸਿੱਖਦਾ ਹੀ ਨਹੀਂ ਹਾਂ ਤਾਂ ਫਿਰ ਮੇਰੀ ਰੱਬ ਜੀ ਨਾਲ ਵੀ ਇੱਕ ਮਿਕਤਾ ਨਹੀਂ ਹੁੰਦੀ ਮੈਨੂੰ ਇੰਟਰੋਸਪੈਕਸ਼ਨ ਨਹੀਂ ਆਉਂਦੀ ਮੈਂ ਆਪਣੇ ਅੰਦਰ ਵਾਲੇ ਡਰ ਨੂੰ ਛੱਡ ਦਿੰਦਾ ਉਹਨੂੰ ਕਹਿੰਦੇ ਨੇ ਸੋ ਦਰ ਕੈਸੇ ਛੋੜੀਐ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ ਜੋ ਦਰ जो दर ऐसा होए जो दर ऐसा होए कबीर जै दर आवत जाते हो हट के नाही कोई हट के नाही कोई हट के नाही कोई सो दर कैसे छोड़िए
दर ऐसा होए, जो दर ऐसा होए। अंदर दे दर नूं ना छड्ड, अंदर दे दर नूं तू छड्डेगा, रब जी नाल एक मिक नहीं हो पाएगा। सो दर कैसे छोड़िए जो दर ऐसा होए, कबीर जै दर आवत जाते हो हटके ना ही कोई। तैनू अंदर जान तो कोई नहीं रोक सकता। बड़े लोग कहते मैं धर्मी बनना चाहता, पति करके नहीं बन पा रही। मैं धर्मी बनना चाहती हाँ, मेरे पति करके नहीं बन पा रही। कोई पत्नी करके, कोई बच्चियां करके, कोई कहता जी काम बड़ा है, कोई कहता दिन रात झूठ बोलना पैंदा, कोई कहता जी शराब पीनी पै जाती है, कोई कहता समाज ही जीना च होया। सो ऐसियां गल्लां वापर जांदियां। ਇਹਦਾ मतलब ਇਹ सब बहाने ने। जे बाहरलियां गल्लां दे बदले अपने अंदर इंट्रोस्पैक्शन आ जाए ना, तो दर ते ढोई मिल गई, रब जी नाल एक मिकता हो जाती है, अंतर की गति हो जाती है, कल कलेश मुक जाता है, क्योंकि अपनी गलती समझ आ गई। द मोमेंट अपनी गलती समझ आए ना, तां खेड बनती है। असी दूजियां नूं उन्हां दियां गलतियां समझाण दे चक्करां विच रहिंदे। हमेशा पति कहेगा नहीं मैं ही हमेशा ठीक हूँ, भावें गलत होवे। पत्नी कहती मैं ठीक हाँ। बस असी एक दूजे नूं मिस्टर राइट या मिसिज राइट, पर मैं एक सेंटेंस पढ़िया सी, यू वांट टू बी राइट और यू वांट टू बी हैप्पी। ये तुहाडे ते चॉइस, तुहाडी अपनी चॉइस है। हर वेले अपने आप नूं जस्टिफाई करते रहना मैं ही ठीक हाँ। सो सौरे ढोई ना लहै, पईए ना ही थाओ, पिर वातड़ी ना पुछे। अंदर रब जी रहंदे ने, रब जी नाल एक मिक मन, ਉਹਦੇ ਕੋਲ मत पुछदी नहीं, पिर वातड़ी ना पुछी। देखो गुरु साहब कितने प्यार नाल कहंदे ने, तै साहिब की बात जे आखै, को नानक क्या दीजै, सीस बड़े कर बैसन दीजै। कोई कर गल सुनावे हर नाम की, सो लगे गुरसिखा मन मिठा। सानू विचारा करन दा शौक ही नहीं है। सानू नगर कीर्तन कढा लो, नगर कीर्तन, ड्राई फ्रूट्स और समोसे और पिज़्ज़ा और सेब, इन्हां सारियां खेडां विच असीं मस्त रहिंदे आ, अपना समा ज़ाया करदे आ, अपनी एनर्जी ज़ाया करदे आ, अपने पैसे ज़ाया करदे आ। गुरमति च दूर दूर तक कित्थे नहीं लिखिया होया कि नगर कीर्तन कड्डो, पर असीं फस चुके हैं। कोई मना ते कर ही नहीं सकता। असीं ते विचार सांझ कर रहे हैं, हाउ टू सेव योर सैल्फ, हाउ टू प्रोटैक्ट योर सैल्फ बाई दीज रॉन्ग प्रैक्टिसिस। तो अपने आप को बचा के किमें रखना है। सौरे ढोई ना लहै, पईए ना ही थाओ। जो सिखदा नहीं है वो अंदर दे रब जी दे सौरे घर, मतलब अंदर दी एक मिकता भी नहीं प्राप्त कर सकता। पिर वातड़ी ना पुछे ही, वो सच की गल अंदरों पुछदा ही नहीं है, सुनदा ही नहीं है। धन सुहागण ना हो, बड़ी अजीब बात है, आयरनी है, वाह, अपने आप को सुहागण अखवाई जाता है। सुहागण की डेफिनेशन असी बार बार कितनी बारी विचार चुके हैं। जाए पुछो सुहागणी, जाए पुछो सुहागणी, तुसी राव्या किन्नी गुणी, तुसी राव्या किन्नी गुणी। सहज संतोख शिंगारिया, सहज संतोख शिंगारिया, मिठा बोलनी, मिठा बोलनी। पीर रिसालू ता मिले, पीर रिसालू ता मिले, जा गुर का शब्द सुनी, जा गुर का शब्द सुनी। आवो पैणे गल मिले, अंक सहेलड़ियाँ, अंक सहेलड़ियाँ।
ਸਾਰੇ ਇੰਦਰੀ ਗਿਆਨੇਂਦਰੀਆਂ ਨੂੰ ਸਖੀਓ ਸਹੇਲੜੀਓ ਕਹਿੰਦੇ ਨੇ। ਸਾਰੇ ਅੰਗ ਰਲ ਕੇ ਮਨ ਨਾਲ ਰੱਬ ਜੀ ਦੀ ਇਕਮਿਕਤਾ ਪ੍ਰਾਪਤ ਕਰਨ ਦੀ ਅਵਸਥਾ ਸਿਖਾ ਰਹੇ ਨੇ। ਇਸ ਸ਼ਬਦ ਦੇ ਆਖਰੀ ਪਦ 'ਚ ਕਹਿੰਦੇ ਨੇ, ਜਾਏ ਪੁੱਛੋ ਸੁਹਾਗਣੀ। ਸੁਹਾਗਣੀ ਕਿਸੇ ਮਨੁੱਖ ਨੂੰ ਨਹੀਂ ਕਹਿੰਦੇ ਨੇ, ਨਾ ਦੁਹਾਗਨ ਕਿਸੇ ਮਨੁੱਖ ਨੂੰ ਕਹਿੰਦੇ ਨੇ। ਜੇ ਮੈਂ ਡੁਐਲਿਟੀ ਦੇ ਰਸਤੇ ਚੱਲਦਾ ਹਾਂ ਤਾਂ ਮੇਰੀ ਅਵਸਥਾ ਨੂੰ ਦੁਹਾਗਨ ਕਹਿੰਦੇ ਨੇ। ਜੇ ਮੈਂ ਸੱਚ ਦੇ ਰਸਤੇ 'ਤੇ ਚੱਲਦਾ ਹਾਂ, ਸੱਚ ਦੀ ਮੱਤ ਦੇ ਨਾਲ, ਸ਼ਬਦ ਗੁਰੂ ਦੇ ਨਾਲ, ਗਿਆਨ ਰਾਵ ਜਬ ਸੇਜਿਆ ਵੇ ਤੋ ਨਾਨਕ ਭੋਗ ਕਰੀ, ਤਾਂ ਸੁਹਾਗਨ ਦੀ ਅਵਸਥਾ। ਗੁਰਮਤਿ 'ਚ ਸੁਹਾਗਨ ਦੀ ਅਵਸਥਾ ਹਰ ਕੋਈ ਮਾਣ ਸਕਦਾ, ਭਾਵੇਂ ਇਸਤਰੀ ਹੈ ਮਰਦ ਹੈ, ਜਿਸ ਮਰਜ਼ੀ ਉਮਰ ਦਾ ਹੈ। ਇਸ ਕਰਕੇ ਗੁਰਮਤਿ 'ਚ ਵਿਡੋ ਵਿਧਵਾ ਹੋਣਾ ਸਬਜੈਕਟ ਹੀ ਨਹੀਂ ਹੈ। ਗੁਰਮਤਿ ਡਜ਼ ਨਾਟ ਐਕਸੈਪਟ ਕਿ ਕੋਈ ਇਸਤਰੀ ਵਿਧਵਾ ਹੁੰਦੀ ਹੈ। ਕਿਉਂ? ਕਿਉਂਕਿ ਸਾਰੀ ਧਰਤੀ 'ਤੇ ਜਿਤਨੇ ਮਨੁੱਖ ਨੇ, ਜੇ ਉਹਦਾ ਰੱਬ ਜੀ ਦੇ ਨਾਲ ਵਿਆਹ ਹੋ ਗਿਆ, ਰੱਬ ਜੀ ਮਰਦੇ ਹੀ ਨਹੀਂ ਨੇ। ਅਕਾਲ ਮੂਰਤ ਹੈ, ਇਟਰਨਲ ਹੈ, ਇਮੋਰਟਲ ਹੈ। ਜਦੋਂ ਅਸੀਂ ਉਹਦੀ ਮੱਤ ਦੇ ਨਾਲ ਵਿਆਹੇ ਜਾਂਦੇ ਆ ਨਾ, ਤਾਂ ਸੁਹਾਗਨ ਹੋ ਜਾਂਦੇ ਆ। ਦੁਹਾਗਨ ਵਰਸਿਸ ਸੁਹਾਗਨ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਕਿਹੜੇ ਗੁਣਾਂ ਦੇ ਨਾਲ ਰੱਬ ਜੀ ਨਾਲ ਇਕਮਿਕਤਾ ਪ੍ਰਾਪਤ ਹੁੰਦੀ ਹੈ? ਕਹਿੰਦੇ ਸਹਿਜ, ਸਬਰ, ਪੇਸ਼ੈਂਸ, ਟੋਲਰੈਂਸ, ਸਹਿਜ ਸੰਤੋਖ, ਕੰਟੈਂਟਿਡ ਰਹਿਣਾ। ਸਹਿਜ ਸੰਤੋਖ ਸ਼ਿੰਗਾਰੀਆ, ਮੈਂ ਸ਼ਿੰਗਾਰ ਕੀਤਾ ਹੈ ਸਹਿਜ ਸੰਤੋਖ ਦਾ, ਕੰਟੈਂਟਮੈਂਟ ਦਾ ਸ਼ਿੰਗਾਰ। ਮਿੱਠਾ ਬੋਲਣੀ ਤੇ ਮਿੱਠਾ ਬੋਲਣਾ। ਫਿਰ ਰਿਸਾਲੂ ਤਾਂ ਮਿਲੇ ਤਾਂ ਸੁਹਾਗਨ ਹੋ ਜਾਈਦਾ। ਜਾਂ ਗੁਰ ਕਾ ਸ਼ਬਦ ਸੁਣੀ, ਗੁਰੂ ਦੀ ਮੱਤ ਨੂੰ ਲਿਆ ਸੁਣਿਆ। ਅਸੀਂ ਗੁਰੂ ਦੀ ਮੱਤ ਨੂੰ ਇੱਥੇ ਤੱਕ ਹੀ ਰੱਖਿਆ ਹੋਇਆ, ਕੰਬਲ ਉਡਾ ਦਿਓ ਸਰਦੀਆਂ ਵਿੱਚ, ਗਰਮੀਆਂ ਵਿੱਚ ਏਅਰ ਕੰਡੀਸ਼ਨ ਲਾ ਦਿਓ। ਇਹਨੂੰ ਗੁਰ ਕਾ ਸ਼ਬਦ ਸੁਣੀ ਨਹੀਂ ਕਹਿੰਦੇ ਨੇ। ਸਿਰਫ ਰੁਮਾਲਾ ਚੜਾ ਦਿੱਤਾ, ਇਹਨੂੰ ਗੁਰ ਕਾ ਸ਼ਬਦ ਸੁਣੀ ਨਹੀਂ ਕਹਿੰਦੇ ਨੇ। ਗੁਰੂ ਦੀ ਮੱਤ ਨੂੰ ਸੁਣਨਾ, ਸੁਣ ਕੇ ਆਪਣੇ ਜੀਵਨ 'ਤੇ ਢਾਲਣਾ। ਇੱਧਰੋਂ ਆ ਕੇ, ਇੱਥੋਂ ਆ ਕੇ ਪਰਫਿਊਮ ਛਿੜਕ ਦੇਣੇ, ਉੱਪਰ ਫੁੱਲ ਸੁੱਟ ਦੇਣੇ, ਇਹ ਤਾਂ ਸਾਡੀ ਆਪਣੀ ਸਤਿਕਾਰ ਕਰਨ ਦੀ ਆਪਣੇ ਮਨ ਦੀ ਕਿਸਮ ਹੈ। ਉਹਨੂੰ ਕਹਿੰਦੇ ਨੇ ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ। ਸਤਿਗੁਰ ਦੀ ਮੱਤ ਲੈਣੀ ਹੈ। ਗੁਰ ਕਾ ਸ਼ਬਦ ਸੁਣ ਕੇ ਅਸੀਂ ਸੁਹਾਗਨ ਬਣਦੇ ਹਾਂ। ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾ। ਜਦੋਂ ਮਨ ਨੂੰ ਸਤਿਗੁਰ ਦੀ ਮੱਤ ਪ੍ਰਾਪਤ ਹੁੰਦੀ ਹੈ ਨਾ, ਮਨ ਵੀ ਅਗਮ ਅਥਾ ਬਣ ਜਾਂਦਾ, ਬੇਪਰਵਾਹ ਹੋ ਜਾਂਦਾ ਹੈ। ਵੇਖੇ ਵਿਖਸੇ ਬੇਪਰਵਾਹ ਰੱਬ ਜੀ ਦੇ ਨਾਲ ਇਕਮਿਕ ਹੋ ਕੇ ਮਨ ਵੀ ਬੇਪਰਵਾਹ ਨਿਸ਼ਚਿੰਤ ਹੋ ਜਾਂਦਾ ਹੈ, ਵਰੀ ਲੈਸ ਹੋ ਜਾਂਦਾ ਹੈ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਵਾਲਾ ਹੋ ਜਾਂਦਾ ਹੈ। ਬਿਲਕੁਲ ਜਦੋਂ ਬੇਪਰਵਾਹ ਰੱਬ ਦੇ ਨਾਲ ਜੁੜਾਂਗੇ ਤਾਂ ਨਿਸ਼ਾਨੀ ਹੋਏਗੀ ਮੈਂ ਵੀ ਬੇਪਰਵਾਹ ਹੋ ਗਿਆ। ਜੇ ਮੈਂ ਰੱਬ ਨੂੰ ਬੇਪਰਵਾਹ ਕਮਾਂ ਔਰ ਆਪ ਚਿੰਤਾ ਫਿਕਰ ਵਿੱਚ ਹੀ ਲੱਗਾ ਰਵਾਂ, ਤਾਂ ਮੈਂ ਬੇਪਰਵਾਹ ਰੱਬ ਦੇ ਨਾਲ ਜੁੜਿਆ ਨਹੀਂ ਹਾਂ। ਸਹੁਰੇ ਪਈਏ ਕੰਤ ਕੀ ਕੰਤ ਅਗੰਮ ਅਥਾ, ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਜਿਸ ਨੂੰ ਬੇਪਰਵਾਹ ਰੱਬ ਜੀ ਪਸੰਦ ਆ ਜਾਂਦੇ ਨੇ ਨਾ, ਉਹਦਾ ਮਨ ਵੀ ਬੇਪਰਵਾਹ ਹੋ ਜਾਂਦਾ ਹੈ। ਔਰ ਉਸ ਨੂੰ ਜਦੋਂ ਇਹ ਭਾਉਣ ਲੱਗਦਾ ਹੈ, ਸਾਧ ਸੰਗਤ ਜੀ ਇਹ ਬਹੁਤ ਬਰੀਕ ਪੁਆਇੰਟ ਹੈ, ਇਸ ਪੁਆਇੰਟ ਨੂੰ ਦੁਬਾਰਾ ਡਿਸਕਸ ਕਰ ਲੈਂਦੇ ਹਾਂ। ਦਾਤੇ ਦਾਤ ਰੱਖੀ ਹੱਥ ਆਪਣੇ। ਭਾਵੇਂ ਤੁਸੀਂ ਇਸ ਨੂੰ ਟੀਵੀ 'ਤੇ ਸਾਡੇ ਟੈਲੀਕਾਸਟ ਦੇ ਪ੍ਰੋਗਰਾਮਸ ਵਿੱਚ ਸੁਣਿਆ, ਪਰ ਮੈਂ ਫਿਰ ਵੀ ਸਾਂਝ ਕਰਾਂਗਾ। ਅਰਥ ਕੀਤੇ ਜਾਂਦੇ ਨੇ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਰੱਬ ਜੀ ਨੇ ਦਾਤ ਆਪਣੇ ਕੋਲ ਰੱਖੀ ਹੋਈ ਹੈ, ਜਿਸ ਨੂੰ ਭਾਉਂਦਾ ਉਹਨੂੰ ਦਿੰਦੇ ਨੇ, ਚੁਣ ਚੁਣ ਕੇ। ਇਹ ਤਾਂ ਡਿਸਕ੍ਰਿਮੀਨੇਸ਼ਨ ਹੋ ਗਈ। ਅਸੀਂ ਬਾਣੀ ਪੜ੍ਹਦੇ ਹਾਂ, ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਅਸੀਂ ਵਿਚਾਰਦੇ ਕਿਉਂ ਨਹੀਂ ਕਿ ਇਹ ਕਿਸ ਤਰ੍ਹਾਂ ਹੋ ਗਿਆ ਚੁਣ ਚੁਣ ਕੇ। ਜੇ ਕਿਸੇ ਨੇ ਕੋਈ ਗੋਲ ਪੱਗ ਬੰਨੀ ਹੋਏਗੀ, ਜਿਹੜਾ ਸਵੇਰੇ ਠੰਡੇ ਪਾਣੀ ਨਾਲ ਨਹਾਉਂਦਾ ਹੋਏਗਾ, ਜਿਹਦੇ ਢੇਰ ਸਾਰੇ ਚੇਲੇ ਹੋਣਗੇ, ਜਿਹਨੇ ਚਿੱਟੇ ਕੱਪੜੇ ਪਾਏ ਹੋਣਗੇ, ਇਸ ਤਰੀਕੇ ਦਾ ਜਿਹੜਾ ਕਰਮ ਕਾਂਡ ਕਰੇਗਾ, ਉਹਨਾਂ ਨੂੰ ਦਿੰਦੇ ਨੇ। ਦਾਤੇ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ ਦੇ ਅਰਥ ਸਮਝਣ ਵੇਲੇ ਅਸੀਂ ਉਸ ਦੀ ਗ੍ਰਾਮਰ ਨੂੰ ਸਮਝਦੇ ਹਾਂ। ਜਿਸ ਔਰ ਤਿਸ ਦੇ ਸੱਸੇ ਨੂੰ ਔਂਕੜ ਲੱਗੀ ਹੋਈ ਹੈ। ਉਹ ਜਿਸ ਔਰ ਤਿਸ ਹੈ ਮੇਰਾ ਮਨ। ਦਾਤੇ ਨੇ ਦਾਤ ਇਸ ਤਰ੍ਹਾਂ ਸਾਰਿਆਂ ਵਾਸਤੇ ਰੱਖੀ ਹੋਈ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਓਪਨ ਫॉर ਆਲ। ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ। ਦਾਤੇ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ, ਜਿਸ ਇਨਸਾਨ ਦੇ ਮਨ ਨੂੰ ਇਹ ਵਾਲੀ ਦਾਤ ਪਸੰਦ ਆਵੇ, ਜਿਸ ਇਨਸਾਨ ਨੂੰ ਇਹ ਵਾਲੀ ਦਾਤ ਭਾਵੈ, ਮੀਨਸ ਦੋਜ਼ ਹੂ ਲਾਈਕ ਇਟ। कितनी दुनिया है जड़ी कह रही है धर्म कर्म की क्या जरूरत है, पाठ करने की क्या जरूरत है, गुरुद्वारे जाने की क्या जरूरत है, हम तो नहीं मानते हैं, ना मनो, उन्हें नहीं पसंद।
ਕਈਆਂ ਨੂੰ ਨਹੀਂ ਪਸੰਦ ਹੁੰਦੀ, ਉਹ ਗੁਰਦੁਆਰੇ ਆ ਕੇ ਵੀ ਭਾਈ ਸਾਹਿਬ ਜੀ ਦਾ, ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ, ਰਾਗੀ ਸਿੰਘਾਂ ਦਾ, ਸੰਗਤਾਂ ਦਾ ਕੋਈ ਨਾ ਕੋਈ ਨੁਕਸ ਹੀ ਕੱਢਦੇ ਰਹਿਣਗੇ, ਲੈ ਕੇ ਕੁਛ ਨਹੀਂ ਜਾਣਗੇ ਗੁਰਮਤ। ਸੋ ਗੁਰੂ ਸਾਹਿਬ ਕਹਿੰਦੇ ਨੇ ਦਾਤੇ ਦਾਤ ਰੱਖਿਆ ਥਪਣਾ, ਜਿਸ ਭਾਵੈ, ਜਿਸ ਇਨਸਾਨ ਨੂੰ ਇਹ ਦਾਤ ਪਸੰਦ ਆਵੇ ਤਿਸ ਉਸ ਨੂੰ ਦੇ ਦਿੰਦੇ ਨੇ। ਜਿਸ ਨੂੰ ਨਾ ਪਸੰਦ ਆਵੇ ਉਹ ਖਾਲੀ ਭਾਂਡਾ, ਪੁੱਠਾ ਭਾਂਡਾ, ਉਹਦਾ ਭਾਂਡਾ ਲੈ ਕੇ ਘਰ ਵਾਪਸ ਚਲਾ ਜਾਂਦਾ ਹੈ, ਖਾਲੀ ਭਾਂਡਾ ਖੜਕਦਾ ਰਹਿੰਦਾ। ਇਹਦਾ ਮਤਲਬ ਜਦੋਂ ਅਸੀਂ ਗੁਰਦੁਆਰੇ ਆਏ ਹਾਂ, ਅਸੀਂ ਝੋਲੀ ਅੱਡ ਕੇ ਪੋਜ਼ਿਟਿਵ ਹੋ ਕੇ ਆਉਣਾ। ਮਨੁ ਸੁਮਤ ਬਖਸ਼ੋ ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਸੋ ਅੱਜ ਦਾ 33 ਨੰਬਰ ਸ਼ਲੋਕ ਜੋ ਅਸੀਂ ਰੀਕੈਪ ਕਰਦਿਆਂ ਇੱਥੇ ਤੱਕ ਪਹੁੰਚੇ ਹਾਂ। ਨਾਤੀ ਧੋਤੀ ਸੰਭਹੀ, ਨਾਤੀ ਧੋਤੀ ਸੰਭਹੀ, ਨਾਤੇ ਧੋਤੇ ਸਫਾਈ ਕੀਤੀ, ਸੰਭਹੀ ਮਤਲਬ ਬੜੇ ਮੈਚਿੰਗ ਸੁੰਦਰ ਕੱਪੜੇ ਪਾਏ, ਸਾਰਾ ਸ਼ਿੰਗਾਰ ਕਰ ਲਿਆ। ਨਾਤੀ ਧੋਤੀ ਸੰਭੀ, ਸੁੱਤੀ ਆਏ ਨਚਿੰਦ, ਸੌ ਗਈ। ਨਚਿੰਦ ਦਾ ਮਤਲਬ ਹੈ ਕਿ ਕੋਈ ਫਿਕਰ ਹੀ ਨਹੀਂ ਹੈ ਕਿ ਮੈਨੂੰ ਕੁਝ ਕਰਨਾ ਹੈ, ਕੋਈ ਫਿਕਰ ਹੀ ਨਹੀਂ ਹੈ ਕਿ ਮੇਰਾ ਜੀਵਨ ਸਵਾਰਨਾ ਹੈ, ਕੋਈ ਫਿਕਰ ਹੀ ਨਹੀਂ ਹੈ ਕਿ ਆਈ ਐਮ ਮੈਂਟ ਫॉर ਅਦਰਸ, ਕੋਈ ਫਿਕਰ ਹੀ ਨਹੀਂ ਹੈ ਆਈ ਹੈਵ ਟੂ ਲਿਵ ਫॉर ਅਦਰਸ, ਕੋਈ ਫਿਕਰ ਹੀ नहीं है साढ़े घर बुजुर्ग बुढ़े रुल रहे ने, कोई फिक्र ही नहीं है कि मैंने अपने मम्मी पापा को, अपने दादा दादी को, अपना नाना नानी को दिन में एक बारी मिलना भी है। वो साढ़े कोल कुछ नहीं मंगते ने, सारा दिन तरसते रहते हैं, बेटा एक बारी अपनी शक्ल ही दिखा जाया करो। ਧੀਆਂ ਪੁੱਤਰਿਆਂ ਦੋਤਰਾ ਪੋਤਰਿਆਂ ਨੂੰ ਤਰਸਦੇ ਰਹਿ ਜਾਂਦੇ ਨੇ, ਅਸੀਂ ਉਹਨਾਂ ਨੂੰ ਬੜਾ ਇਗਨੋਰ ਕੀਤਾ, ਅਸੀਂ ਉਹਨਾਂ ਨੂੰ ਕਾਰਨਰ ਕੀਤਾ, ਫਿਕਰ ਹੀ ਨਹੀਂ ਹੈ। ਨਾਤੀ ਧੋਤੀ ਸੰਭੀ, ਸੁੱਤੀ ਆਏ ਨਿਚਿੰਦ ਦਾ ਮਤਲਬ ਹੈ ਮੈਂ ਧਰਮ ਦੇ ਸਾਰੇ ਕਰਮ ਤਾਂ ਪੂਰੇ ਕੀਤੇ, ਪਰ ਸੱਚ ਤੋਂ ਮੁਨਕਰ ਹੀ ਰਿਹਾ, ਅੰਗ ਮੁੜੇ ਹੀ ਰਹੇ। ਅਸੀਂ ਗੁਰਦੁਆਰੇ ਆਈਏ, ਮੈਂ ਝਾੜੂ ਮਾਰਾਂ, ਔਰ ਝਾੜੂ ਮਾਰਨ ਤੋਂ ਬਾਅਦ, ਦਰੀਆਂ ਝਾੜਨ ਤੋਂ ਬਾਅਦ ਮੈਂ ਲੋਕਾਂ ਨਾਲ ਉੱਚਾ ਨੀਵਾਂ ਬੋਲਾਂ, ਸੇਵਾਦਾਰ ਜੀ ਤੋਂ ਲੈ ਕੇ ਬਾਹਰ ਰਿਕਸ਼ੇ ਵਾਲੇ ਤੋਂ ਲੈ ਕੇ ਭਾਂਡੇ ਧੋਣ ਵਾਲੇ ਤੋਂ ਲੈ ਕੇ ਨੌਕਰ ਚਾਕਰ ਤੋਂ ਲੈ ਕੇ ਲੋਕਾਂ ਨੂੰ ਮੈਂ ਬੰਦਾ ਹੀ ਨਾ ਸਮਝਾਂ। ਤਾਂ ਪਤਾ ਕੀ ਹੈ, ਮੈਂ ਝਾੜੂ ਪੋਚਾ ਤਾਂ ਕੀਤਾ ਪਰ ਨਮਰਤਾ ਨਾ ਆਈ ਮੇਰੇ ਅੰਦਰ, ਗਰੀਬੜਾ ਸੁਭਾਅ ਨਾ ਬਣਿਆ ਮੇਰਾ। ਮੌਕੇ ਸਿਰ ਪਤਾ ਕੀ ਹੋਇਆ, ਨੈਨੋ ਨੀਂਦ ਪਰਦਿਸ਼ਟ ਵਿਕਾਰ, ਨੈਨੋ ਨੀਂਦ ਪਰਦਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸ ਨਾ ਸੋਈ ਲੋਭ ਮੀਠੇ ਸਾਰ, ਮਨ ਸੋਇਆ ਮਾਇਆ ਬਿਸਮਾਰ, ਮਨ ਸੋਇਆ ਮਾਇਆ बिस्मार। इस ग्रह में कोई जागत रहे, इस ग्रह में कोई जागत रहे, कोई जागत रहे, साबत वस्तु वो अपनी है, इस ग्रह में कोई जागत रहे, कोई जागत रहे, साबत वस्तु वो अपनी है। सो असी राती सो जाते हैं, ਅਸੀਂ ਸਵੇਰੇ ਵੀ ਉੱਠਦੇ ਹਾਂ, ਅਸੀਂ ਇਸ਼ਨਾਨ ਵੀ ਕਰਦੇ ਹਾਂ, ਅਸੀਂ
ਪਾਠ ਵੀ ਕਰਦੇ ਹਾਂ, ਅਸੀਂ ਗੁਰਦੁਆਰੇ ਵੀ ਚਲੇ ਜਾਂਦੇ ਹਾਂ, ਅਸੀਂ ਕੀਰਤਨ ਵੀ ਸੁਣ ਲੈਂਦੇ ਹਾਂ, ਸਭ ਕੁਝ ਕਰਦੇ ਹਾਂ। ਪਰ ਸਭ ਕੁਝ ਕਰਨ ਤੋਂ ਬਾਅਦ ਜੇ ਅਸੀਂ ਉਹਦੇ 'ਤੇ ਅਮਲੀ ਨਹੀਂ ਟੁਰ ਰਹੇ ਤਾਂ ਉਹਨੂੰ ਕਹਿੰਦੇ ਨੇ ਨਾਤੀ ਤੋਤੀ ਸੰਭੀ। ਸਾਰਾ ਕੁਝ ਕੀਤਾ। ਸਾਧ ਸੰਗਤ ਜੀ, ਪ੍ਰੀਟੈਂਡ ਕਰੋ, ਫਰਜ਼ ਕਰੋ ਤੁਹਾਨੂੰ ਕੋਈ ਕਵੇ फलानी जगह एक घर में भगवान जी आके बैठे हुए हैं, उस घर की 100 सीढ़ियां हैं, 100 स्टेप्स ने, 100 सीढ़ी के बाद दरवाज़ा खुलता है और अंदर भगवान जी बैठे हुए हैं। फर्ज करो मैं एक हाइपोथेसिस तैयार कर रहा, रब जी तो सब जगह ने असी एग्जाम्पल बना रहे हैं। तुसी साध संगत जी 99 पौड़ियां चढ़ जाओ, साफ कर आओ, धो आओ, पोचा मार आओ, झाड़ू मार आओ, सब कुछ कर आओ, 99 पौड़ियां ते धूफ अगरबत्ती लगाओ, 99 पौड़ियां नूं दुध नाल धो आओ, जो मर्जी करो, सारा कुछ करन तो बाद 100वीं पौड़ी तो बाद बूहा खोलो ही ना, उथों वापस आ जाओ, सारी एक्सरसाइज बेकार गई। क्यों? भगवान जी से तो मिले ही नहीं। सेम वे ਅਸੀਂ ਸਾਰੇ ਕਦਮ ਪੁੱਟੀ ਜਾ ਰਹੇ ਹਾਂ। ਬਾਣੀ ਤੇ ਸਾਨੂੰ ਸਿਖਾਉਂਦੀ ਨਹੀਂ ਕਿ ਅਸੀਂ ਦੁੱਧ ਨਾਲ ਧੋਈਏ ਥੜੇ। ਮੈਂ ਤੁਹਾਡੀ ਪੂਜਾ ਕਿਸ ਤਰ੍ਹਾਂ ਕਰਾਂ, ਮੈਨੂੰ ਤੇ ਸਮਝ ਹੀ ਨਹੀਂ ਆ ਰਹੀ। ਅਵਰ ਨਾ ਫੂਲ ਅਨੂਪ ਨਾ ਪਾਵੋ। ਮੈਂ ਤਾਂ ਤੁਹਾਡੇ ਤੋਂ ਇਲਾਵਾ ਕੋਈ ਫੁੱਲ ਨੂੰ ਤੁਹਾਡੇ ਤੋਂ ਜ਼ਿਆਦਾ ਸੁੰਦਰ ਸਮਝਦਾ ਹੀ ਨਹੀਂ। ਮਨ ਤੇ ਸਾਫ਼ ਸਮਝ ਆ ਰਹੀ ਹੈ ਕਿ ਬਾਹਰਲੀਆਂ ਚੀਜ਼ਾਂ ਚਲਾਉਣੀਆਂ ਤਾਂ ਰਵਿਦਾਸ ਜੀ ਕਹਿੰਦੇ ਨੇ दूध ਤਾਂ बछड़े दूध ਚੜਾਉਂਦੇ ਹੋ, दूध नाल थड़े धोंदे हो, दूध नाल निशान साहब दे संगमरमर दे थड़े धोंदे हो। दूध तो झूठा है, दूध तो बछरे थनों बिटारे हो। वच्छा पहला पींदा है, झूठा कर दिंदा है। फूल भंवर फुੱਲ ਨੂੰ ਭंਵਰੇ ने झूठा कर दिता, सुगंधी लैके जल मीन विगारे, मच्छी ने पानी ਨੂੰ गंदा कर दिता। तुसी किस चीज़ नाल सूचा कर सकते हो? कहो पंडित सूचा कौन थाओ, जहाँ बहस हो हरगुण गाओ। पर साध संगत जी इन जहाँ बहस हो भोजन खाओ। साध संगत जी इन्हां गल्लां दे विचार कीती नहीं जाती। बस अखां नूं टो, केड़ा पाठ करो, किस तरह कितने पुत्र मिलणगे, कितने करो, 31 करो, 41 करो, 40 करो, ये करो, वो करो, नंगे पैर जाओ। ये सारियां ऐसियां गेमां सानूं उलझाया होया। किधरे सानूं नहीं कहा कि तुसीं गुरुद्वारे दे थड़े दुੱਧ नाल धोया करो। प्रैक्टिस चल पई, असीं कुछ नहीं कर सकते और साडे कोल ऑर्डर करन दी कोई अथॉरिटी नहीं है। जिस तरह मैं तुहानूं बेनती कीती सी कि प्रबंधक सज्जना ने अनाउंसमेंट की कि सोने ना लगाया करो, इत्थों दे ही प्रबंधक सज्जना ने सोने ना लगाओ, संगमरमर ना लगाओ, पैसा ज़ाया ना करो। इस तरह ही आस्ता आस्ता आवाज़ उठेगी कि दूध नाल भी ना धोया करो, दूध किसी गरीब नूं पिला दिया करिए। जदों असी सारे कर्म कांड पूरे करिए और गुरमत अनुसार अंदर दी गति करिए ही ना। कर्म कांड पाखंड करते रहिए, उन्होंने कहते हैं कर्म धर्म पाखंड जो दिसे तिन जम जगाती लूटे, निर्बान कीर्तन गावो करते का निमक सिमरत जित छूटे। तू सच दी गल करना, सच दे नाल सच अनुसार तू कितने कर्म कांड पूरे करदा है, ये गल्लां नहीं हो रही। कितनियां मालावां फेरदा है, कितने तू अखंड पाठ करदा है, 101 कर रखदा है, 51 करदा है, 11 करदा है, इन्हां गल्लां विच नहीं कुछ पिया। नाती धोती संभही सुती आए नचिंद, ए तेरा सौण दे बराबर है। एज इफ के सब कुछ तैयारी पूरी करके लो जी मैं शादी के लिए तैयार हो रही हूँ और सारा श्रृंगार करके वेले सिर सो ही गए। नाती धोती संभी सुती है नचिंद, फरीदा रही सुबेड़ी हिंग दी। हिंग तुसी सब जानते हो, हिंग हिंग वांगू एक शब्द हो रहा है, जैसी लसन की खान, जैसी लसन की खान, जैसी लसन की खान, जैसी लसन की खान। साकत ऐसा है, साकत ऐसा है, साकत ऐसा है। कैसा? जैसी लसन की खान, जैसी लसन की खान। कौन ने बैठे
खाइए प्रगट होए निदान। कौन बैठे खाइए प्रगट होए निदान। जैसी लहसन की खान, जैसी लहसन की खान, जैसी लहसन की खान। साखत ऐसा है, साखत ऐसा है, साखत ऐसा है। ऐसे ख्याल ने साखत दे। कैसे? जैसी लहसन की खान। लहसन साध संगत जी खा लो ना, कितने भी दूर बैठे हो मूँह तो साढ़े स्मैल आएगी। इस श्लोक ਵਿੱਚ ਬਿਲਕੁਲ ਉਸੇ ਢੰਗ ਨਾਲ ਫਰੀਦ ਜੀ ਕਹਿੰਦੇ ਨੇ, ਨਾਤੀ ਧੋਤੀ ਸੰਭੀ ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗ ਦੀ। ਅਲਟੀਮੇਟਲੀ ਤੇਰੀ ਬਦਬੂ ਬਾਹਰ ਆ ਗਈ। ਰਹੀ ਸੋ ਬੇੜੀ ਹਿੰਗ ਦੀ, ਗਈ ਕਥੂਰੀ ਗੰਧ। ਜਿਹੜੇ ਚੰਗੇ ਗੁਣ ਸਨ ਉਹ ਗਵਾ ਲਏ। ਜਦੋਂ ਅਸੀਂ ਬਚਪਨ ਵਿੱਚ ਪੈਦਾ ਹੁੰਦੇ ਹਾਂ ਨਾ, ਅਸੀਂ ਨਿਰਮਲ ਨੀਰ ਨਿਰਵੈਰ ਪੈਦਾ ਹੁੰਦੇ ਹਾਂ। ਸਾਡੇ ਵਾਸਤੇ ਹਿੰਦੂ ਮੁਸਲਮਾਨ ਸਿੱਖ ਈਸਾਈ ਵਿਤਕਰਾ ਨਹੀਂ ਹੁੰਦਾ। ਸਾਡੇ ਵਾਸਤੇ ਅਮੀਰ ਗਰੀਬ ਵਿਤਕਰਾ ਨਹੀਂ ਹੁੰਦਾ। ਤੇਰ ਮੇਰ ਦਾ ਵਿਤਕਰਾ ਨਹੀਂ ਹੁੰਦਾ। ਆਸਤਾ ਆਸਤਾ ਮੈਲ ਚੜ੍ਹਦੀ ਜਾਂਦੀ ਹੈ। ਇਹ ਜਿਹੜੀ ਆਸਤਾ ਆਸਤਾ ਮੈਲ ਚੜ੍ਹਦੀ ਜਾ ਰਹੀ ਹੈ ਨਾ, ਕਥੂਰੀ, ਕਥੂਰੀ ਹੈ ਕਸਤੂਰੀ। ਹਿਰਨ ਦੀ ਕਸਤੂਰੀ ਖੁਸ਼ਬੂ ਦਾ ਪ੍ਰਤੀਕ ਹੈ। ਖੁਸ਼ਬੂ ਪ੍ਰਤੀਕ ਹੈ ਚੰਗੇ ਗੁਣਾਂ ਦਾ, ਆਈਡੀਅਲਸ ਦਾ। ਪਰ ਜੇ ਮੇਰੇ ਅੰਗ ਸੱਚ ਵੱਲੋਂ ਮੁੜ ਗਏ ਨੇ, ਅੱਜ ਨਾ ਸੁੱਤੀ ਕੰਨ ਸਿਓ ਅੰਗ ਮੁੜੇ ਮੁੜ ਜਾਏ, ਤਾਂ ਫਿਰ ਕੀ ਹੋਏਗਾ? ਇਹਨਾਂ ਤੋਂ ਹੀ ਬਦਬੂ ਆਉਣੀ ਸ਼ੁਰੂ ਹੋਏਗੀ। ਇਹਨਾਂ ਦੇ ਨਾਲ ਵਿਕਾਰ, ਮੰਦੇ ਖਿਆਲ, ਈਵਲ ਥਾਟਸ, ਮੰਦੀਆਂ ਆਦਤਾਂ, ਭੈੜੇ ਸੁਭਾਅ ਵਾਲਾ ਜੀਵਨ ਬੰਦਾ ਜਾਏਗਾ। ਫਰੀਦਾ ਰਹੀ ਸੋ ਬੇੜੀ ਹਿੰਗ ਦੀ। ਹੁਣ ਅਸੀਂ ਇਸ ਨੂੰ ਰਿਵਰਸ ਕਰਨਾ ਹੈ ਕਿ ਮੇਰੇ ਅਵਗੁਣਾਂ ਦੀ ਜਿਹੜੀ ਹਿੰਗ ਹੈ ਨਾ, ਉਹ ਮੇਰੇ ਤੋਂ ਛੁੱਟ ਜਾਏ। ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਜਿਸ ਤਰ੍ਹਾਂ ਮਰਜ਼ੀ ਲਸਣ ਤੂੰ ਖਾ ਲੈ ਆਪਣੇ ਮੂੰਹ 'ਚ, ਭਾਵੇਂ ਲਾਚੀ ਪਾ ਲੈ, ਭਾਵੇਂ ਜੋ ਮਰਜ਼ੀ ਕਰ ਲੈ। ਸਾਡੇ ਘਰਾਂ ਦੇ ਨੌਜਵਾਨ ਇੰਝ ਹੀ ਕਰਦੇ ਨੇ, ਸਾਡੇ ਕਈਆਂ ਦੇ ਪਤੀ ਇੰਝ ਕਰਦੇ ਨੇ। ਬਾਹਰੋਂ ਸ਼ਰਾਬ ਪੀ ਆਉਂਦੇ ਨੇ, ਬਾਹਰੋਂ ਅੰਦਰ ਆਉਣ ਵੇਲੇ ਲਾਚੀ ਖਾ ਲੈਂਦੇ ਨੇ, ਮੇਰੀ ਸਮੈਲ ਨਾ ਆਏ। ਪਰ ਮੂੰਹ ਤੋਂ ਜ਼ੁਬਾਨ ਤੋਂ ਝੱਗ ਨਿਕਲੇਗੀ, ਜ਼ੁਬਾਨ ਤੋਂ ਭੈੜੇ ਬੋਲ ਨਿਕਲਣਗੇ, ਮਿਸਬਿਹੇਵੀਅਰ ਨਿਕਲੇਗਾ, ਗਾਲਾਂ ਕੱਢਾਂਗੇ। ਸੋ ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਗਈ ਕਥੂਰੀ ਗੰਧ। ਅਸੀਂ ਕਥੂਰੀ ਦੀ ਗੰਧ ਆਪਣੇ 'ਚੋਂ ਜਾਣ ਨਹੀਂ ਦੇਣੀ। ਇਹਦੇ 'ਚੋਂ ਮੈਸੇਜ ਇਹ ਲੈਣਾ ਹੈ। ਲਫ਼ਜ਼ੀ ਅਰਥ ਨੇ ਕਿ ਚੰਗੇ ਗੁਣ ਚਲੇ ਗਏ ਅਤੇ ਅਵਗੁਣਾਂ ਦੀ ਬਦਬੂ ਆਉਣੀ ਸ਼ੁਰੂ ਹੋ ਗਈ। ਅਵਗੁਣਾਂ ਦੀ ਬਦਬੂ ਦੇ ਬਦਲੇ ਮੈਨੂੰ ਚੰਗੇ ਗੁਣਾਂ ਦੀ ਕਸਤੂਰੀ ਦੀ ਖੁਸ਼ਬੂ ਲੈਣੀ ਹੈ। ਉਹ ਸਾਨੂੰ ਸਿਖਾਇਆ ਗਿਆ।